जी वेलकम अपना यू फॉरएवर दी यात्रा राम बाजी दी ਜਿਹੜੀ ਕਿਰਪਾ ਸਭ ਤੇ ਹੋਈ ਹੈ ਕਿ ਮੈਂ ਤੈਨੂੰ ਕਿਰਪਾ ਹੀ ਕਹੂੰਗੀ। ਅਸੀਂ ਕਿਉਂਕਿ ਗ੍ਰੇਸ ਵਰਡ ਪੜ੍ਹਦੇ ਆ ਨਾ, ਜਿਹੜਾ ਅਸੀਂ ਸੀਰੀਜ਼ ਕਰ ਰਹੇ ਆ ਆਤਮ ਗੁਣ ਗੁਰਸੁਰਜੀਤ, ਉਹਦੇ ਵਿੱਚ ਇੱਕ ਦਿਨ ਵਰਡ ਆਇਆ ਕਿ ਗ੍ਰੇਸ। ਕਿਉਂਕਿ ਦੇਖੋ ਜੇ ਐਡੀ ਵੱਡੀ ਟ੍ਰਾਂਜੈਕਸ਼ਨ ਜੋ ਵਾਕਵੇ ਨਾ ਹੁੰਦਾ ਹਨਾ, ਉਹ ਚੀਜ਼ ਮਿਲਣੀ ਕਿੱਥੇ ਸੀ। ਔਰ ਇੱਕ ਸਹਿਜ ਤਰੀਕੇ ਨਾਲ ਉਹ ਇੱਕ ਬੁੱਕ ਲਿਖ ਕੇ ਚਲੇ ਗਏ। ਜਿਹੜਾ ਕੋਈ ਉਹਦੇ ਵਿੱਚ ਡੁਬਕੀ ਲਗਾ ਲੇਗਾ ਹਨਾ, ਉਹਨੂੰ ਆਪਣੇ ਆਪ ਹੀ ਬਹੁਤ ਕੁਝ ਪਤਾ ਲੱਗ ਜਾਏਗਾ। ਨਹੀਂ ਅਦਰਵਾਈਜ਼ ਇਹਨਾਂ ਚੀਜ਼ਾਂ ਦੇ ਨਾਮ ਤੇ ਅੰਨਾ ਪੈਸਾ ਲੁੱਟਿਆ ਜਾਂਦਾ ਸੀ, ਔਰ ਫਿਰ ਵੀ ਕਲੀਅਰਟੀ ਨਹੀਂ ਸੀ ਹੁੰਦੀ ਕਿ ਬਈ ਜਿਹੜਾ ਬੰਦਾ ਤੁਹਾਨੂੰ ਕੁੰਡਲਨੀ ਅਵੇਕਨ ਐਸਟਰੋਲੋਰਾ ਸਾਰਾ ਕੁਝ, ਸਡਨਲੀ ਤੁਸੀਂ ਮਾਰਕੀਟ ਦੇ ਵਿੱਚ ਚਲੇ ਜਾਓ ਜੀ, ਔਰਾ ਵੇਖਣ ਵਾਲਿਆਂ ਦੀਆਂ ਸ਼ਾਪਸ ਮਿਲ ਜਾਣਗੀਆਂ। ਲੇਕਿਨ ਕਿੰਨੇ ਬਰੀਕੀ ਨਾਲ ਉਹਨਾਂ ਨੇ ਸਮਝਾਤਾ ਕਿ ਡੋਂਟ ਬੀ ਅ ਫੂਲ, ਕੰਡੀਸ਼ਨਸ ਟਰਮਸ ਕਿੰਨਾ ਉਹਨਾਂ ਨੇ ਸਹੀ ਤਰੀਕੇ ਨਾਲ ਦੱਸਿਆ। ਕਿੰਨਾ ਤੁਸੀਂ ਪਿਓਰਿਟੀ ਦੇ ਵਿੱਚ ਅਗਰ ਹੈਗੇ ਹੋ ਕਿ ਕੰਡੀਸ਼ਨਸ ਨੇ, ਮਤਲਬ ਇੱਕ ਇੱਕ ਚੀਜ਼ ਜਿਹੜੀ ਇੱਕ ਹਾਈਪੋਥੈਟਿਕ ਲੱਗਦਾ ਸੀ ਜਾਂ ਇਹ ਲੱਗਦਾ ਹੁੰਦਾ ਸੀ ਆ ਕਿਹਦੇ ਤੋਂ ਪੁੱਛੀਏ ਕੌਣ ਬੰਦਾ ਸਹੀ ਕੌਣ ਬੰਦਾ ਗਲਤ। ਲੇਕਿਨ ਅਗਰ ਯੂ ਫॉर एवर ਦੇਖੀਏ ਤਾਂ ਆਈ ਥਿੰਕ ਜਿਹੜੀ ਮਾਡਰਨ ਮੈਟਾਫਿਜ਼ੀਕਲ ਨਾਲ ਰਿਲੇਟਡ ਪ੍ਰੈਕਟਿਸਿਸ ਹੈਗੀਆਂ ਆਲਮੋਸਟ ਉਹਨਾਂ ਬਾਰੇ ਸਾਰਿਆਂ ਬਾਰੇ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਸਾਨੂੰ, ਔਰ ਇੰਨੀ ਕਲੀਅਰਟੀ ਦਿੱਤੀ ਹੈ ਕਿ ਜਿਸ ਤਰ੍ਹਾਂ ਇੱਕ ਉਹ ਛੋਟਾ ਬੱਚਾ ਮਾਂ ਨੂੰ ਕੁਐਸਚਨ ਪੁੱਛੀ ਜਾਂਦਾ ਹੈ ਨਾ, ਤੇ ਮਾਂ ਜਿਸ ਤਰ੍ਹਾਂ ਸਮਝਾਉਂਦੀ ਹੈ ਨਾ ਕਿ ਨਹੀਂ ਬੇਟੇ ਇਹਦੇ ਫਲॉज ਏਦਾਂ ਹੋ ਤਾਂ ਜਾਏਗਾ ਪਰ ਤੈਨੂੰ ਇਹ ਏਦਾਂ ਕਰਨਾ ਪਏਗਾ। ਇੰਨੇ ਪਿਆਰ ਤੇ ਇੰਨੇ ਅੱਛੇ ਤਰੀਕੇ ਨਾਲ, ਔਰ ਕਿੰਨਾ ਸਾਇੰਟਿਫਿਕ ਵੇ ਨਾਲ ਇੱਕ ਗੂੜ ਸਬਜੈਕਟ ਹੈ ਜਿਹਨੂੰ ਗੂੜ ਸਬਜੈਕਟ ਕਹਿ ਕੇ, ਰਹੱਸਮਈ ਮਿਸਟਿਕ ਕਹਿ ਕੇ ਲੋਕੀ ਨਿਰਾ ਪੈਸਾ ਲੁੱਟਦੇ ਨੇ, ਨਿਰਾ ਪੈਸਾ ਲੁੱਟਦੇ ਨੇ। ਲੇਕਿਨ ਉਹਨਾਂ ਨੇ ਸਾਨੂੰ ਕਿਰਪਾ ਹੀ ਕੀਤੀ ਹੈ ਕਿ ਬੁੱਕ ਫਾਰਮ ਦੇ ਵਿੱਚ ਸਾਨੂੰ ਦੇ ਗਏ। ਓਵਰ ਟੂ ਯੂ ਨਵਨੀਤ ਜੀ। ਸਹੀ ਗੱਲ। ਤੇ ਹੁਣ ਅਸੀਂ ਅੱਜ ਲੈਸਨ 28 ਕਰਾਂਗੇ। ਜਿਵੇਂ ਲੈਸਨ 27 ਵਿੱਚ ਉਹਨਾਂ ਨੇ ਹਿਪਨੋਸਿਸ ਕਿਵੇਂ ਕਰਨਾ ਹੈ, ਸੰਮੋਹਨ ਕਿਵੇਂ ਕਰਨਾ ਹੈ, ਉਸ ਤਰੀਕੇ ਨੂੰ ਦੱਸਿਆ ਸੀ ਹਨਾ ਜੀ। ਔਰ ਉਹਦੇ ਕਿਵੇਂ ਸਾਡਾ ਦਿਮਾਗ ਉਸ ਵੇਲੇ ਕੰਮ ਕਰਦਾ ਹੈ। ਹਾਂ, ਕੌਨਸ਼ੀਅਸ ਮਾਈਂਡ, ਸਬਕੌਨਸ਼ੀਅਸ ਮਾਈਂਡ, ਉਹਨਾਂ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੱਸਿਆ। ਉਹਨਾਂ ਨੇ ਦੱਸਿਆ ਕਿ ਬਈ ਬ੍ਰੇਨ ਹੈ ਜਿਹੜਾ ਹੈ, ਅਸੀਂ ਦੋ ਬੰਦਿਆਂ ਦੀ ਤਰ੍ਹਾਂ ਹਨਾ ਜੀ। ਇੱਕ ਹੀ ਬੰਦੇ ਵਿੱਚ ਦੋ ਬੰਦੇ ਨੇ, ਇੱਕ ਕੌਨਸ਼ੀਅਸ ਮਾਈਂਡ, ਇੱਕ ਸਬਕੌਨਸ਼ੀਅਸ ਮਾਈਂਡ, ਅਵਚੇਤਨ ਔਰ ਚੇਤਨ ਮਨ। ਤੇ ਉਹ ਕਿਵੇਂ ਕੰਮ ਕਰਦੇ ਨੇ, ਇੱਕ ਦੀ ਮੈਮੋਰੀ ਨਹੀਂ ਹੁੰਦੀ ਹੈ ਤੇ ਇੱਕ ਸਬਕੌਨਸ਼ੀਅਸ ਮਾਈਂਡ ਵਿੱਚ ਢੇਰ ਸਾਰੀ ਚੀਜ਼ਾਂ ਮੈਮੋਰੀ ਦੀ ਸਟੋਰ ਹੁੰਦੀਆਂ ਨੇ, ਜੋ ਵੀ ਅਸੀਂ ਸਾਡੇ ਨਾਲ ਆਪ ਬੀਤਦੀ ਹੈ, ਜੋ ਐਕਸਪੀਰੀਅੰਸ ਲੈਂਦੇ ਆ ਪਿਛਲੇ ਜਨਮ ਦੇ ਵੀ ਸਾਰੇ ਰਾਜ਼ ਉਹਦੇ ਵਿੱਚ ਸਬਕੌਨਸ਼ੀਅਸ ਮਾਈਂਡ ਵਿੱਚ ਛੁਪੇ ਹੋਏ ਨੇ। ਉਹ ਸਭ ਚੀਜ਼ਾਂ ਜੋ ਸਾਡੇ ਬਾਧਾ ਬਣਦੀਆਂ ਨੇ ਜਾਂ ਫਿਰ ਸਾਨੂੰ ਉન્નਤੀ ਦੀ ਤਰਫ ਲੈ ਕੇ ਜਾਂਦੀਆਂ ਨੇ, ਉਹ ਸਭ ਸਬਕੌਨਸ਼ੀਅਸ ਮਾਈਂਡ ਵਿੱਚ ਹੁੰਦੀਆਂ ਨੇ। ਤੇ ਕੌਨਸ਼ੀਅਸ ਮਾਈਂਡ ਐਕਟਿਵ ਜ਼ਰੂਰ ਰਹਿੰਦਾ ਹੈ, ਉਹ ਇਧਰ ਉਧਰ ਉਛਲਦਾ ਕੂਦਦਾ ਰਹੇਗਾ, ਇੰਜੋਇਮੈਂਟ ਕਰੇਗਾ, ਹੈਪੀ ਰਹੇਗਾ। ਜੋ ਵੀ ਕੰਮ ਕਰ ਰਿਹਾ ਹੈ ਅਸੀਂ ਦਿਨਚਰਿਆ ਵਾਲੇ, ਬਾਹਰ ਜਾਣ, ਖੇਲਣਾ ਕੂਦਣਾ ਸੁਣਨਾ, ਉਹ ਸਭ ਕਰਦਾ ਹੈ। ਲੇਕਿਨ ਉਹ ਵੀ ਜਦ ਕਿਸੇ ਪਰਟੀਕੂਲਰ ਥਿੰਗ ਦੇ ਉੱਤੇ ਸੋਚਦਾ ਹੈ ਤਾਂ ਹੀ ਉਹ ਸਬਕੌਨਸ਼ੀਅਸ ਮਾਈਂਡ ਦੇ ਅੰਦਰ ਜਾਂਦੀ ਹੈ ਉਹ ਗੱਲ। ਤੇ ਦੋਨਾਂ ਦੇ ਵਿਚਕਾਰ ਕੌਨਸ਼ੀਅਸ ਐਂਡ ਸਬਕੌਨਸ਼ੀਅਸ ਮਾਈਂਡ ਦੇ ਮੇਰੇ ਬੇਟੇ ਨੇ ਸ਼ਾਇਦ ਗਲਤ ਲਿਖ ਦਿੱਤਾ ਹੈ ਅੱਜ, ਫਿਰ unconscious mind ਲਿਖ ਦਿੱਤਾ ਹੈ। sorry for that, because it has to be corrected, so I am just looking now. I didn't see the slide before. ਹਾਂਜੀ, ਦੂਸਰੀ ਸਲਾਈਡ ਦੇ ਵਿੱਚ ਤਾਂ ਠੀਕ ਹੈ ਫਿਰ। ਹਾਂ, ਇੱਥੇ ਉਹਨੇ ਗਲਤ ਲਿਖ ਦਿੱਤਾ ਹੈ। ਤੇ ਬੋਲਣਾ ਜ਼ਰੂਰੀ ਹੈ ਨਾ, ਕਿਉਂਕਿ ਜੋ ਵੀ ਦੇਖੇਗਾ ਬਾਅਦ ਵਿੱਚ ਉਹਨਾਂ ਨੂੰ ਪਤਾ ਚੱਲੇ। ਤੇ ਅਸੀਂ ਦੋ ਗੱਲਾਂ ਤੇ ਕੰਮ ਕਰ ਰਹੇ ਹਾਂ, ਕੌਨਸ਼ੀਅਸ ਐਂਡ ਸਬਕੌਨਸ਼ੀਅਸ, ਔਰ ਉਹਦੇ ਬਾਰੇ ਵਿੱਚ ਡਿਸਕਸ ਕਰ ਰਹੇ ਹਾਂ। ਹੁਣੇ ਅਨਕੌਨਸ਼ੀਅਸ ਦੇ ਬਾਰੇ ਵਿੱਚ ਰਾਮਪਾ ਨੇ ਨਹੀਂ ਦੱਸਿਆ ਇਸ ਬੁੱਕ ਵਿੱਚ, ਇਸ ਕਰਕੇ ਮੈਂ ਜੋ ਵੀ ਗਲਤ ਲਿਖਿਆ ਹੈ ਉਹਨੂੰ ਕਰੈਕਟ ਕਰ ਰਹੀ ਸੀ। we will mention। ਫਿਰ ਉਹਦੇ ਬਾਅਦ ਜਿਹੜਾ ਹੈ
ਉਹ ਜਿਹੜਾ ਸਬਕੌਂਸ਼ੀਅਸ ਔਰ ਕੌਂਸ਼ੀਅਸ ਮਾਈਂਡ ਹੈ ਉਹ ਇੱਕ ਸਕਰੀਨ ਦੇ ਨਾਲ, ਇੱਕ ਝਿੱਲੀ ਦੇ ਨਾਲ ਕਹਿ ਲਓ, ਜਾਂ ਇੱਕ ਪਰਦੇ ਦੇ ਨਾਲ ਅਲੱਗ ਹੁੰਦਾ ਹੈ, ਜੋ ਉਹਨਾਂ ਨੂੰ ਵੱਖ-ਵੱਖ ਕਰਦਾ ਹੈ। ਵੈਸੇ ਜਿਹੜਾ ਹੈ, और कॉन्शियस माइंड चाहे थोड़ा बहुत दखल दे दे सबकॉन्शियस माइंड विच, लेकिन आदेश देगा, बॉसी रहेगा, उन्होंने सारे काम कराएगा सबकॉन्शियस माइंड तो, लेकिन सबकॉन्शियस माइंड बहुत शांत रहता है और ਉਹਦੇ ਵਿੱਚ ਸਾਰੇ ਮੈਮੋਰੀਜ਼ ਹੁੰਦੀ ਹੈ। ਉਹ ਇੱਕ ਜਾਇੰਟ ਦੀ ਤਰ੍ਹਾਂ ਹੈ, ਵੱਡਾ ਹੈ ਕਿਉਂਕਿ ਉਹ 9th ਪਾर्ट है और नोवा भाग है साडे माइंड ਦਾ, और ਇੱਕ ਪਾर्ट ਸਾਡਾ ਕੌਨਸ਼ੀਅਸ ਮਾइंड है। ਇਹ ਸਾਰੀ ਗੱਲਾਂ ਉਹਨਾਂ ਨੇ ਲਾਸਟ ਚੈप्टर ਵਿੱਚ ਇੱਕ ਬੇਸ ਬਣਾਇਆ ਸੀ। मैं सिर्फ रिव्यू कर रही थी क्योंकि रिव्यू करना बड़ा जरूरी है, कनेक्शन टूटना नहीं चाहिए, है ना जी। ਤੇ ਹੁਣ ਉਹ ਫਿਰ ਇਸ ਚੈਪਟਰ ਤੋਂ ਸ਼ੁਰੂਆਤ ਵਿੱਚ ਇਹੀ ਕਹਿੰਦੇ ਨੇ ਕਿ ਆਪਾਂ ਪਿਛਲੇ ਚੈਪਟਰ ਵਿੱਚ ਇਹੀ ਗੱਲ ਕੀਤੀ ਸੀ ਕਿ ਦੋ ਬੰਦੇ ਵਿੱਚ, ਇੱਕ ਬੰਦੇ ਵਿੱਚ ਦੋ ਬੰਦੇ ਹੁੰਦੇ ਨੇ, ਕੌਨਸ਼ੀਅਸ ਐਂਡ ਸਬਕੌਨਸ਼ੀਅਸ ਮਾਈਂਡ। ਦੋਨਾਂ ਦੇ ਅਲੱਗ-ਅਲੱਗ ਪਰਸਨੈਲਿਟੀ ਹੁੰਦੀ ਹੈ, ਪਰਸੋਨਾ ਜਿਵੇਂ ਕਹਿੰਦਾ ਹੈ ਨਾ, ਪਰਸੋਨਾ ਹੁੰਦਾ ਹੈ ਔਰ ਵੱਖ-ਵੱਖ ਹੁੰਦਾ ਹੈ, ਮਗਰ ਦੋਨੋਂ ਇੱਕ ਦੂਸਰੇ ਵਾਸਤੇ ਇੱਕ ਦੂਜੇ ਲਈ ਕੰਮ ਕਰ ਸਕਦੇ ਨੇ। ਸੋ ਦੇ ਬੋਥ ਕੈਨ ਵਰਕ। ਬਸ ਐਫਰਮੇਸ਼ਨਸ ਦੇ ਕਰਕੇ ਜਾਂ ਉਹਨੂੰ ਕਿਵੇਂ ਸਬਕੌਂਸ਼ੀਅਸ ਮਾਈਂਡ ਨੂੰ ਟੈਪ ਕਰਨਾ ਹੈ, ਜੋ ਸਾਨੂੰ ਆਪਣੇ ਮੈਨੀਫੈਸਟੇਸ਼ਨਸ ਜੋ ਹੁੰਦੀਆਂ ਨੇ ਉਹ ਅਸੀਂ ਕਰ ਸਕੀਏ, ਜਾਂ ਛੁਪੀਆਂ ਹੋਈਆਂ ਜਿਹੜੀ ਸ਼ਕਤੀਆਂ ਸਾਡੀਆਂ ਸਾਨੂੰ ਮਿਲੀਆਂ ਹੋਈਆਂ ਸੀ ਉਹ ਸਭ ਨੂੰ ਟੈਪ ਕਰ ਸਕੀਏ। ਫਿਰ ਉਹ ਦੱਸਦੇ ਨੇ ਕਿ ਕੌਨਸ਼ੀਅਸ ਮਾਈਂਡ ਔਰ ਸਬਕੌਂਸ਼ੀਅਸ ਮਾਈਂਡ ਵਿੱਚ ਫਰਕ ਕੀ ਹੈ। ਇਹਦੇ ਵਿੱਚ ਉਹਨਾਂ ਨੇ ਥੋੜਾ ਬਹੁਤ ਡਿਫਰੈਂਟ ਦੱਸਿਆ, ਉਹ ਮੈਂ ਵਾਰੀ-ਵਾਰੀ ਪੜ੍ਹ ਰਹੀ ਹਾਂ। ਬੰਦਾ ਜਿਸਦੀ ਯਾਦਦਾਸ਼ਤ ਘੱਟ ਹੁੰਦੀ ਹੈ, ਸਬਕੌਂਸ਼ੀਅਸ ਮਾਈਂਡ ਜਿਵੇਂ ਉਹਨਾਂ ਨੇ ਕਿਹਾ ਸੀ, ਉਹਦੀ ਮੈਮਰੀ ਲੋ ਹੋਏਗੀ, ਕਮ ਹੋਏਗੀ, ਲੇਕਿਨ ਵੈਰੀ ਲਿਟਲ ਟ੍ਰੇਨਿੰਗ, ਉਹਦੀ ਟ੍ਰੇਨਿੰਗ ਹੁੰਦੀ ਹੈ। ਕੌਨਸ਼ੀਅਸ ਮਾਈਂਡ ਥੋੜਾ ਟ੍ਰੇਨਡ ਹੁੰਦਾ ਹੈ। ਵੇਅਰ ਸਬਕੌਂਸ਼ੀਅਸ ਮਾਈਂਡ ਜਿਹੜੀ ਹੁੰਦੀ ਹੈ ਉਹ ਇਸ ਤਰ੍ਹਾਂ ਦੀ ਪਰਸਨੈਲਿਟੀ ਹੈ ਜਿਹੜਾ ਸਾਰਾ ਸਾਮਾਨ, ਸਾਰਾ ਸਟੋਰ, ਇੱਕ ਸਟੋਰੇਜ ਦੀ ਤਰ੍ਹਾਂ ਹੈ, ਹੈ ਨਾ ਜੀ, ਜਿੱਥੇ ਸਟੋਰ ਦੀ ਤਰ੍ਹਾਂ, ਜਿੱਥੇ ਸਾਰਾ ਕੁਝ ਸਟੋਰੇਜ ਕੀਤਾ ਹੋਇਆ ਹੈ, ਨੌਲੇਜ, ਸਾਡਾ ਗਿਆਨ। ਜਿਵੇਂ ਲਾਇਬ੍ਰੇਰੀਅਨ ਹੁੰਦੀ ਹੈ ਇੱਕ, ਲਾਇਬ੍ਰੇਰੀ ਵਿੱਚ ਜਾਓ ਤੇ ਉਹਦੇ ਕੋਲੋਂ ਕੋਈ ਵੀ ਸਵਾਲ ਪੁੱਛੋ ਕਿਸੇ ਸਬਜੈਕਟ ਦੇ ਬਾਰੇ ਵਿੱਚ ਕੁਐਸਚਨ, ਤੇ ਉਹ ਦੱਸ ਦੇਗੀ ਕਿ ਫਲਾ ਫਲਾ ਬੁੱਕ ਵਿੱਚ ਤੁਹਾਨੂੰ ਮਿਲ ਜਾਏਗਾ, ਚਾਹੇ ਉਸਨੂੰ ਸਬਜੈਕਟ ਦੀ ਨੌਲੇਜ ਨਾ ਹੋਵੇ, ਫਿਰ ਵੀ ਉਹ ਦੱਸ ਦੇਗੀ, ਉਹ ਸਹੀ ਬੁੱਕ ਤੁਹਾਡੇ ਨੂੰ ਰეკਮੈਂਡ ਕਰੇਗੀ। ਤੇ ਇਸ ਤਰ੍ਹਾਂ ਦੀ ਹੈ, ਤਾਂ ਕਹਿੰਦੇ ਉਸ ਤਰ੍ਹਾਂ ਦੀ ਹੀ ਉਹ ਰਿਕਾਰਡਸ ਨੂੰ ਆਪਣੇ ਅੰਦਰ ਸਹੇਜ ਕੇ ਰੱਖਦਾ ਹੈ ਸਬਕੌਂਸ਼ੀਅਸ ਮਾਈਂਡ। ਜਿਵੇਂ ਲਾਇਬ੍ਰੇਰੀ ਵਿੱਚ ਸਹੇਜ ਕੇ ਰੱਖੀ ਜਾਂਦੀ ਹੈ ਨਾ ਕਿਤਾਬਾਂ, ਉਵੇਂ ਹੀ, ਜਾਂ ਉਹਨੂੰ ਤੁਸੀਂ ਲਾਇਬ੍ਰੇਰੀ ਸਮਝ ਲਓ, ਜਾਂ ਲਾਇਬ੍ਰੇਰੀਅਨ ਸਮਝ ਲਓ, ਜਾਂ ਫਿਰ ਉਹਨੂੰ ਕਸਟੋਡੀਅਨ ਸਮਝ ਲਓ, ਜਿਹੜਾ ਇਹ ਸਾਰੇ ਕੰਮ ਕਰਦੇ ਨੇ। ਕਹਿੰਦੇ ਨੇ ਕੌਨਸ਼ੀਅਸ ਮਾਈਂਡ ਹਮੇਸ਼ਾ ਖੁਸ਼ ਮਿਜ਼ਾਜ ਵਾਲਾ ਇਨਸਾਨ ਹੁੰਦਾ, ਐਕਟਿਵ। ਜਿਵੇਂ ਉਹਨਾਂ ਨੇ ਪਰਸੋਨੀਫਾਈ ਕੀਤਾ ਸੀ ਨਾ ਕਿ ਉਹਨਾਂ ਨੂੰ ਕੌਨਸ਼ੀਅਸ ਮਾਈਂਡ ਇੱਕ ਬੰਦਾ ਹੈ ਤੇ ਸਬਕੌਂਸ਼ੀਅਸ ਮਾਈਂਡ ਇੱਕ ਬੰਦਾ ਹੈ, ਇਸ ਕਰਕੇ ਉਹ ਬੰਦੇ ਦੇ ਰੂਪ ਵਿੱਚ ਸਾਨੂੰ ਐਕਸਪਲੇਨ ਕਰ ਰਹੇ ਨੇ ਕਿ ਕੌਨਸ਼ੀਅਸ ਮਾਈਂਡ ਜਿਹੜਾ ਅਗਰ ਬੰਦਾ ਹੈ ਤੇ ਉਹ ਕਿਵੇਂ ਹੋਏਗਾ, ਉਹ ਐਕਟਿਵ ਹੋਏਗਾ, खुश मिजाज होएगा, इधर उधर कूदता फिरता रहेगा, एक जगह टिकेगा नहीं, है ना जी। और सबकॉन्शियस माइंड ਦੇ ਨਾਲ ਉਹ ਉਹਦਾ ਲਾਭ ਉਠਾਉਂਦਾ ਰਹਿੰਦਾ ਹੈ। ਕੌਨਸ਼ੀਅਸ ਮਾਈਂਡ ਸਬਕੌਂਸ਼ੀਅਸ ਨੂੰ ਜਦ ਚਾਹੀਦਾ ਹੁੰਦਾ ਹੈ ਕੋਈ ਸਮਾਨ, ਉਹਨੂੰ ਕਹੇਗਾ ਦੇ ਮੈਨੂੰ, ਬੌਸੀ ਬਣ ਕੇ, ਹੈ ਨਾ ਜੀ, ਆਪਣਾ ਰੋਬ ਮਾਰ ਕੇ ਉਸ ਤੋਂ ਸਮਾਨ ਲੈ ਲਏਗਾ। ਇਹੀ ਕੋਈ ਵੀ ਇਨਫੋਰਮੇਸ਼ਨ, ਸੂਚਨਾ ਅਗਰ ਉਹਨੂੰ ਚਾਹੀਦੀ ਹੈ ਤੇ ਉਹ ਸਬਕੌਂਸ਼ੀਅਸ ਮਾਈਂਡ ਨੂੰ ਤੋਂ ਲੈ ਲਏਗਾ। ਜਿਵੇਂ ਸਬਕੌਂਸ਼ੀਅਸ ਮਾਈਂਡ ਕਿਸ ਤਰ੍ਹਾਂ ਦਾ ਬੰਦਾ ਹੈ, ਉਹ ਕਹਿੰਦੇ ਨੇ ਇਸ ਤਰ੍ਹਾਂ ਦਾ ਬੰਦਾ ਜੋ ਕਿਤੇ ਨਹੀਂ ਜਾਂਦਾ ਔਰ ਕਿਤੇ ਗਿਆ ਹੀ ਨਹੀਂ, ਕੋਈ ਜਗ੍ਹਾ ਉਹਨੇ ਅੱਜ ਤੱਕ ਨਹੀਂ ਦੇਖੀ, ਉਸ ਤਰ੍ਹਾਂ ਦਾ ਬੰਦਾ ਹੈ। ਔਰ ਹਮੇਸ਼ਾ ਉਹ ਲਾਇਬ੍ਰੇਰੀਅਨ ਹਮੇਸ਼ਾ ਲਾਇਬ੍ਰੇਰੀ ਵਿੱਚ ਜਿਵੇਂ ਬੈਠੀ ਰਹਿੰਦੀ ਹੈ, ਉਵੇਂ ਹੀ ਉਸ ਤਰ੍ਹਾਂ ਦੀ ਹੈ, ਆਪਣੀ ਇੱਕ ਜਗ੍ਹਾ ਵਿੱਚ ਹੀ ਬੈਠਾ ਹੋਇਆ ਹੈ ਜਿਵੇਂ, ਔਰ ਸਾਰੀ ਨੌਲੇਜ ਲੈ ਰਿਹਾ ਹੈ, ਵਿਜ਼ਡਮ ਲੈ ਰਿਹਾ ਹੈ, ਗਿਆਨ ਆਪਣੇ ਅੰਦਰ ਭਰ ਰਿਹਾ ਹੈ, ਔਰ ਸੰਜੀਦਾ ਹੈ ਆਪਣੇ ਕੰਮ ਦੇ ਪ੍ਰਤੀ। ਇਸ ਤਰ੍ਹਾਂ ਦਾ ਉਹ ਬੰਦਾ ਹੈ।
ਔਰ ਦੂਜਿਆਂ ਦੇ ਮਾਧਿਅਮ ਤੋਂ ਆਦੇਸ਼ ਲੈਂਦਾ ਹੈ ਔਰ ਇਸ ਤਰ੍ਹਾਂ ਆਪਣਾ ਕੰਮ ਕਰਦਾ ਹੈ ਉਹ, ਮਤਲਬ ਜੋ ਆਦੇਸ਼ ਦੂਜਿਆਂ ਤੋਂ ਮਿਲੇਗਾ ਉਹੀ ਉਹ ਕੰਮ ਕਰੇਗਾ। ਉਹਨਾਂ ਦੇ ਮਾਧਿਅਮ, ਉਹਨੂੰ ਇੱਕ ਮਾਧਿਅਮ ਚਾਹੀਦਾ, ਆਦੇਸ਼ ਕੋਈ ਦੇ ਤਾਂ ਮੈਂ ਕੰਮ ਕਰਾਂ। सबकॉन्शियस माइंड कई वारी की होंदा है ज्ञान वास्ते पहुंच तो बाहर हो जाता है, कई बारी एसेस करना उन्हें मुश्किल हो जाता है, लेकिन मोस्ट पीपल कैन नॉट रिमेंबर द टाइम, क्योंकि ਉਹ ਇਹ ਦੱਸ ਰਹੇ ਨੇ ਕਿਉਂ ਐਵੇਂ ਹੁੰਦਾ ਹੈ, ਕਿਉਂ ਉਹਨੂੰ ਕਈ ਵਾਰੀ ਖੰਗਾਲਣਾ ਮੁਸ਼ਕਿਲ ਹੋ ਜਾਂਦਾ ਹੈ ਜਾਂ ਉਹਨੂੰ ਉਸ ਤੋਂ ਗਿਆਨ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਸ ਉਹਦਾ ਐਗਜ਼ਾਮਪਲ ਕੀ ਹੈ। ਐਗਜ਼ਾਮਪਲ ਇਹ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਬੱਚੇ ਜੋ ਪੈਦਾ ਹੁੰਦੇ ਨੇ, ਕਈ ਲੋਕੀ ਭੁੱਲ ਜਾਂਦੇ ਨੇ ਉਹ ਕੀ ਟਾਈਮ ਤੇ ਪੈਦਾ ਹੋਏ ਹੈ, ਉਹ ਉਹਨਾਂ ਨੂੰ ਪਤਾ ਹੁੰਦਾ ਹੈ, ਸਬਕੌਂਸ਼ੀਅਸ ਮਾਈਂਡ ਨੂੰ ਨੇ ਦੇਖਿਆ ਹੁੰਦਾ ਹੈ, ਜਾਣਿਆ ਹੁੰਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿ ਉਹ ਪੈਦਾ ਕਿਸ ਟਾਈਮ ਹੋਇਆ, ਮਗਰ ਉਹਨੂੰ ਯਾਦ ਨਹੀਂ ਰਹੇਗਾ, ਉਹ ਭੁੱਲ ਜਾਏਗਾ ਕਿ ਮੈਂ ਕਿਸ ਟਾਈਮ। ਅਗਰ ਉਹਨੂੰ ਪੁੱਛੋ ਤੁਸੀਂ ਕਿ ਕਿਵੇਂ ਮਤਲਬ ਮੈਡੀਟੇਸ਼ਨ ਵਿੱਚ ਵੀ ਪੁੱਛੋ ਮੈਂ ਕਿਸ ਟਾਈਮ ਪੈਦਾ ਹੋਇਆ, ਤੇ ਉਹ ਨਹੀਂ ਦੱਸ ਪਾਏਗਾ ਸਬਕੌਂਸ਼ੀਅਸ ਮਾਈਂਡ, ਕਿਉਂਕਿ ਉਹਦੇ ਉੱਤੇ ਚਿੰਤਨ ਨਹੀਂ ਹੋਇਆ। ਜਿਵੇਂ ਕੌਂਸ਼ੀਅਸ ਮਾਈਂਡ ਚਿੰਤਨ ਕਰਦਾ ਹੈ ਨਾ, ਤਾਂ ਉਹਦੇ ਦਿਮਾਗ ਵਿੱਚ ਅੰਦਰ ਵੜ ਜਾਂਦੀ ਹੈ, ਉਹਨੂੰ ਪਤਾ ਸਭ ਹੈ ਸਬਕੌਂਸ਼ੀਅਸ ਮਾਈਂਡ ਨੂੰ ਕਿ ਉਹਦੇ ਨਾਲ ਮਤਲਬ ਬੰਦੇ ਦੇ ਨਾਲ ਕੀ ਬੀਤਿਆ ਹੈ, ਸਭ ਕਿਸ ਬਰਥ ਵਿੱਚ ਉਹ ਕਿਸ ਟਾਈਮ ਉਹ ਪੈਦਾ ਹੋਇਆ, ਜਨਮ ਦੇ ਟਾਈਮ, ਮਗਰ ਉਹਨੂੰ ਬਿਲਕੁਲ ਚੇਤਾ ਨਹੀਂ ਰਹਿੰਦਾ ਕਿਉਂਕਿ ਉਹਦੇ ਉੱਤੇ ਚਿੰਤਨ ਨਹੀਂ ਹੋਇਆ, ਹੈ ਨਾ ਜੀ। ਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਇਸ ਟਾਈਮ ਤੇ ਅਗਰ ਕਿਸੇ ਨੂੰ ਪੁੱਛੋ ਕਿ ਤੂੰ ਕਦ ਪੈਦਾ ਹੋਇਆ, ਤੂੰ ਉਸ ਟਾਈਮ ਤੇ ਜਾ ਸਕਦਾ ਤੇ ਉਹਨੂੰ ਯਾਦ ਨਹੀਂ ਰਹੇਗਾ। ਕਹਿੰਦੇ ਨੇ ਲੇਕਿਨ ਅਗਰ ਕਿਸੇ ਬੰਦੇ ਨੂੰ ਹਿਪਨੋਟਾਈਜ਼ ਸੰਮੋਹਿਤ ਕੀਤਾ ਜਾਏ ਤਾਂ ਉਸ ਬੰਦੇ ਨੂੰ ਆਪਾਂ ਲੈ ਕੇ ਜਾ ਸਕਦੇ ਹਾਂ ਉਸ ਵਕਤ ਜਦੋਂ ਪੈਦਾ ਹੋਇਆ ਸੀ, ਜਦੋਂ ਜਨਮਿਆ ਸੀ, ਜਾਂ ਫਿਰ ਉਹਨੂੰ ਉਹ ਟਾਈਮ ਵੀ ਪਤਾ ਚੱਲ ਜਾਏਗਾ ਉਸ ਵੇਲੇ। ਕਈ ਲੋਕਾਂ ਨੂੰ ਜਿਵੇਂ ਟਾਈਮ ਦਾ ਨਹੀਂ ਪਤਾ ਹੁੰਦਾ ਤੇ ਉਸ ਇੱਕ ਅੱਛਾ ਸੰਮੋਹਨ ਕਰਤਾ ਇਹ ਕੰਮ ਕਰਵਾ ਸਕਦਾ ਹੈ ਔਰ ਉਹਨੂੰ ਇਹ ਚੀਜ਼ ਕੱਢ ਸਕਦਾ ਹੈ ਕਿ ਹਾਂ ਤੂੰ ਇਸ ਟਾਈਮ, ਮੈਂ ਇਸ ਟਾਈਮ ਪੈਦਾ ਹੋਇਆ ਸੀ, ਔਰ ਵਾਪਸ ਆਪਣੀ ਮੈਮੋਰੀ ਵਿੱਚ ਸਬਕੌਂਸ਼ੀਅਸ ਮਾਈਂਡ ਵਿੱਚ ਜਾ ਕੇ ਟੈਪ ਕਰਕੇ ਪਤਾ ਕਰ ਸਕਦਾ। ਕਹਿੰਦੇ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਲੋਕੀ ਜਨਮ ਤੋਂ ਪਹਿਲੇ, ਜੰਮਣ ਤੋਂ ਪਹਿਲੇ ਵੀ ਟਾਈਮ ਜਦ ਉਹ ਪਲਾਨ ਕਰ ਰਹੇ ਸੀ ਸੂక్ష్ਮ ਜਗਤ ਵਿੱਚ ਕਿ ਉਹ ਕਦ ਕਰਨਗੇ ਆਪਣਾ ਕੀ ਕਰਨ ਧਰਤੀ ਵਿੱਚ ਆਣਗੇ, ਉਹ ਟਾਈਮ ਤੇ ਵੀ ਪਹੁੰਚ ਜਾਂਦੇ ਨੇ। ਉਹ ਜਿਹੜਾ ਪਲਾਨਿੰਗ ਹੋ ਰਹੀ ਹੁੰਦੀ ਹੈ ਸੂక్ష్ਮ ਜਗਤ ਵਿੱਚ ਉੱਥੇ ਵੀ ਪਹੁੰਚ ਜਾਂਦੇ, ਉਹ ਕਈ ਜਨਮਾਂ ਦਾ ਵੀ ਕਈ ਵਾਰੀ ਦੇਖ ਸਕਦੇ ਨੇ। ਸਿਰਫ अच्छा अगर सम्मोहन करता है तो वो कर पाएगा और करवा पाएगा ये चीज। लेकिन असी इस चैप्टर विच सैल्फ हिप्नोटिज्म के बारे विच पढ़ांगे, ऑटो हिप्नोटिज्म के बारे विच पढ़ांगे, खुद नू किवें हिप्नोटाइज किया जाए, सम्मोहित किया जाए, इस बारे विच रामपा सानू इस चैप्टर विच दस रहे ने कि किवें खुद नू करना है सम्मोहित। ते ओ कह रहे ने हिप्नोटाइज अगर सानू कोई होर करदा है ते की हुंदे, सानू आशंका होंदी है कि भाई ये बंदा सही है कि नहीं है, बंदे ते विश्वास नहीं होंदा, ओ केड़े क्वेश्चन पूछ रहा है, ओ कथे मिसयूज ते नहीं करेगा साडे, असी उसदे उत्ते निर्भर हो जाने आ, आपां उसदी दया ते हुंदा है ओ बंदा अगर सही है तां ठीक है। अक्सर लोकी बहुत प्योर होंदे ने, हाई माइंडेड पीपल होंदे ने, है ना जी, उच्च विचारां वाले बंदे होंदे ने जेड़ा ए हिप्नोटिज्म करदे ने। लेकिन कई बारी सानू गलत बंदे भी मिल जाते ने, है ना जी। ब्लैक फिश ते अक्सर ही होंदी है अच्छियां विच, गोल्डन फिश विच एक ब्लैक फिश आ ही जाती है। ते वो कहते ने कि ऐसा मिसयूज करन वाले भी आ हो सकता है, कोई होए एक एक मतलब 100 विच एक बंदा एवें होवे। कहते ने तां ही मैं कह रहा कि थोड़ा जा डाउट होता है
ਜੋ ਸਮੋਹਿਤ ਹੁੰਦਾ ਹੈ ਉਹਨੂੰ ਹਮੇਸ਼ਾ ਇਹ ਰਹਿੰਦਾ ਹੈ ਕਿ ਜਿਹੜੇ ਆਦੇਸ਼ ਦਿੱਤੇ ਜਾ ਰਹੇ ਨੇ, ਕਮਾਂਡਸ ਜਿਹੜਾ ਦੇ ਰਿਹਾ ਹੈ ਸਮੋਹਨ ਕਰਤਾ, ਉਹਦੇ ਉੱਤੇ ਸ਼ੱਕ ਕਰਦਾ ਹੈ ਕਿ ਭਈਆ ਕੁਝ ਗੜਬੜ ਤਾਂ ਨਹੀਂ। ਔਰ ਲੇਡੀਜ਼ ਹੋਏਗੀ ਤੇ ਨੈਚੁਰਲ ਆ, ਉਹਨੂੰ ਜ਼ਿਆਦਾ ਪ੍ਰੀਕਾਸ਼ਨਸ ਲੈਣਾ ਪਏਗਾ, ਹੈ ਨਾ ਜੀ। ਤੇ ਇਸ ਕਰਕੇ ਉਹ ਸਾਨੂੰ ਕਹਿੰਦੇ ਨੇ ਮੈਂ ਹਦਾਇਤ ਕਰਾਂਗਾ ਔਰ ਮੈਂ ਇਹ ਪਰਾਮਰਸ਼ ਦੇਵਾਂਗਾ ਕਿ ਭਾਈ ਅਗਰ ਤੁਹਾਨੂੰ ਇਹ ਮੈਡੀਕਲ ਫੀਲਡ ਵਿੱਚ ਹਿਪਨੋਟਿਜ਼ਮ ਨੂੰ ਲਿਆਣਾ ਵੀ ਹੈ ਤਾਂ ਵੀ ਦੋ ਬੰਦੇ ਹੋਣੇ ਚਾਹੀਦੇ ਨੇ ਸਮੋਹਨ ਕਰਤਾ, ਇੱਕ ਬੰਦੇ ਦੇ ਨਾਲ ਜਿਹੜਾ ਸਮੋਹਿਤ ਹੋ ਰਿਹਾ ਹੈ ਉਹਦੇ ਨਾਲ ਦੋ ਬੰਦੇ ਹੋ, ਚਾਹੇ ਇੱਕ ਅਸਿਸਟੈਂਟ ਹੋਏ ਚਾਹੇ ਇੱਕ सम्मोहन करता हुए, लेकिन दो होने चाहिए ने, कल्ला नहीं होना चाहिए है वो व्यक्ति। और मैं इसकी आज्ञा नहीं देवांगा क्योंकि दूसरा असिस्टेंट या प्रैक्टिशनर जरूर उत्थे होना चाहिए मौजूद। और जो भी सम्मोहन करता है ਉਹਨੂੰ ਵੀ 2-3 ਸਾਲ ਦੇ ਵਿਚਕਾਰ ਇਸ ਪ੍ਰਕਿਰਿਆ ਤੋਂ ਗੁਜ਼ਰਨਾ ਚਾਹੀਦਾ ਹੈ, ਆਪਣੇ ਆਪ ਨੂੰ ਕਿਸੇ ਤੋਂ ਹਿਪਨੋਟਾਈਜ਼ ਕਰਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਅੰਦਰ ਵੀ ਇਹ ਚੀਜ਼ ਪਾਏ ਕਿ ਭਾਈ ਮੈਂ ਇਹਨੂੰ ਸਹੀ ਪ੍ਰੋਫੈਸ਼ਨ ਦੀ ਤਰ੍ਹਾਂ ਲੈ ਰਿਹਾ ਤੇ ਮੈਂ ਇਹਨੂੰ ਸਹੀ ਤਰ੍ਹਾਂ, ਹੈ ਨਾ ਜੀ, ਖੁਦ ਨੂੰ ਹਿਪਨੋਟਾਈਜ਼ ਕਰਕੇ ਉਹ ਆਪਣੇ ਵਿੱਚ ਫੀਡ ਕਰਾਏਗਾ ਕਿ ਮੈਂ ਇਹਨੂੰ ਸਹੀ तरह यूज करा। ਇਹ ਵੀ ਚੀਜ਼ ਹੈ ਉਹਨਾਂ ਨੇ ਦੱਸੀ ਕਿ ਮੈਂ ਗਲਤ ਇਹਦਾ ਫਾਇਦਾ ਨਾ ਉਠਾਵਾਂ, ਇਹ ਸ਼ਕਤੀ ਜਿਹੜੀ ਮਿਲੀ ਹੈ ਇਹਦਾ ਫਾਇਦਾ ਨਾ ਚੁੱਕਾਂ ਔਰ ਉਹਨੂੰ ਸਹੀ ਤਰ੍ਹਾਂ ਅਪਲਾਈ ਕਰਾਂ। ਔਰ ਆਪਣੇ ਅੰਦਰ ਇੱਕ ਸੁਰੱਖਿਆ ਕਵਚ ਉਹਨੂੰ ਆਪਣੇ ਵਾਸਤੇ ਪਾਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਦਾ ਨੁਕਸਾਨ ਨਾ ਕਰ ਸਕੇ। ਦੇਖੋ ਕਿੰਨੀ ਅੱਛੀ ਇੰਪੋਰਟੈਂਟ ਗੱਲ ਕੀਤੀ ਹੈ ਇੱਥੇ ਰਾਮਪਾ ਜੀ ਦੱਸ ਰਹੇ ਨੇ। ਉਹਨਾਂ ਨੇ ਕਿਹਾ ਮੈਂ ਪਰਾਮਰਸ਼ ਦੇਣਾ, ਹੋ ਸਕਦਾ ਹਰ ਕੋਈ ਨਹੀਂ ਕਰਦਾ ਜੋ ਵੀ ਸਮੋਹਨ ਕਰਤਾ ਹੋਣ, ਲੇਕਿਨ ਉਹ ਐਡਵਾਈਸ ਦੇ ਰਹੇ ਨੇ ਕਿ ਇਹ ਪ੍ਰਕਿਰਿਆ ਤੋਂ ਵੀ ਗੁਜ਼ਰਨਾ ਚਾਹੀਦਾ ਹੈ ਇਸ ਬੰਦੇ ਨੂੰ। चाहे सम्मोहन करता बहुत सम्मानित और नैतिक मूल्य वाला होवे ਤਾਂ ਵੀ ਫਿਰ ਵੀ ਇੱਕ ਬਲੈਕ ਸ਼ਿਪ ਜ਼ਰੂਰ ਉਹਨਾਂ ਵਿੱਚ ਨਿਕਲ ਆਂਦਾ ਹੈ। ਸੋ ਤੁਹਾਨੂੰ ਬੇਵਕੂਫ ਨਹੀਂ ਬਣਨਾ, ਤੁਹਾਨੂੰ ਮਤਲਬ ਕੋਈ ਠਗੇ ਨਾ, ਇਸ ਵਾਸਤੇ ਆਪਣੇ ਆਪ ਨੂੰ ਮਤਲਬ ਬੀ ਅਵੇਅਰ, ਬੀ ਸੋ beware about this। ਫਿਰ ਉਹ ਦੱਸਦੇ ਨੇ ਕਿ ਮੈਂ ਹੁਣ ਤੁਹਾਨੂੰ ਇਹ ਪ੍ਰਕਿਰਿਆ ਦੱਸਾਂਗਾ ਕਿ ਕਿਵੇਂ ਆਪਣੇ ਆਪ ਨੂੰ ਸੈਲਫ ਹਿਪਨੋਟਾਈਜ਼ ਕਰਨਾ ਹੈ। ਫਿਰ ਉਹ ਦੱਸਦੇ ਨੇ ਹੌਲੇ ਹੌਲੇ, ਕਹਿੰਦੇ ਖੁਦ ਨੂੰ ਸਮੋਹਿਤ ਕਰਨ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਉਹਦੇ ਉਹ ਫਾਇਦੇ ਦੱਸਦੇ ਨੇ, ਹਨਾ ਜੀ। ਹਰ ਚੀਜ਼ ਦੇ ਫਾਇਦੇ ਦੱਸੇ ਨੇ ਨਾ, ਨੁਕਸਾਨ ਵੀ ਦੱਸਦੇ ਨੇ, ਫਾਇਦੇ ਵੀ ਦੱਸਦੇ ਨੇ। ਤੇ ਸੈਲਫ सम्मोहन ਕਿਉਂ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਕੀ ਅਸੀਂ ਆਪਣੇ ਅੰਦਰ ਤਬਦੀਲੀਆਂ ਲਿਆ ਸਕਦੇ ਹਾਂ, ਉਹ ਵੀ ਇੱਥੇ ਦੱਸ ਰਹੇ ਨੇ। ਕਹਿੰਦੇ ਨੇ ਜਿਵੇਂ ਸਾਡੇ ਅੰਦਰ ਅਸੀਮਤ ਸ਼ਕਤੀਆਂ ਛੁਪੀਆਂ ਹੋਈਆਂ ਨੇ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ, ਅਵਚੇਤਨ ਮਨ ਵਿੱਚ, ਉਹਨਾਂ ਨੂੰ ਉਜਾਗਰ ਕਰਨ ਵਾਸਤੇ, ਉਹਨਾਂ ਨੂੰ ਬਾਹਰ ਲਿਆਉਣ ਵਾਸਤੇ, ਆਪਣੇ ਆਪ ਨੂੰ ਹੋਰ ਇੱਕ ਮਤਲਬ ਜਿਵੇਂ ਕਹੀਦਾ ਨਾ ਉੱਚ ਸਤਰਾਂ ਵਿੱਚ ਲਿਆਉਣ ਵਾਸਤੇ, ਆਪਣੇ ਆਪ ਨੂੰ ਅਪਗ੍ਰੇਡ ਕਰਨ ਵਾਸਤੇ ਇਹ ਚੀਜ਼ਾਂ ਸਾਨੂੰ ਸਮੂਹ ਆਪਣੇ ਆਪ ਨੂੰ ਸਮੋਹਿਤ ਕਰਨ ਦੀ ਪ੍ਰਕਿਰਿਆ ਤੋਂ ਗੁਜ਼ਰਨਾ ਜ਼ਰੂਰ ਚਾਹੀਦਾ ਹੈ। ਕਿਉਂਕਿ ਕਈ ਲੇਡੀਜ਼ ਵਿੱਚ ਜਿਵੇਂ ਕੌਨਫੀਡੈਂਸ ਦੀ ਕਮੀ ਹੁੰਦੀ ਹੈ, ਹਨਾ ਜੀ, ਕਈ ਲੋਕਾਂ ਵਿੱਚ ਹੁੰਦਾ ਹੈ ਨਾ ਐਵੇਂ, ਤੇ ਉਹ ਕਿਉਂ ਹੈ, ਕਿਸ ਵਾਸਤੇ, ਉਹਦਾ ਪਿੱਛੇ ਦਾ ਕਾਰਨ ਜਦ ਤੁਸੀਂ ਉਹ ਜਾਣ ਜਾਓਗੇ ਤੇ ਆਪਣੇ ਆਪ ਜਦ ਉਸ ਟਰਾਮਾ ਤੋਂ ਤੁਸੀਂ ਬਾਹਰ ਨਿਕਲ ਆਓਗੇ, सम्मोहन करता सबकॉन्शियस माइंड ਵਿੱਚ ਟੈਪ ਕਰਕੇ, ਤੇ ਤੁਹਾਨੂੰ ਉਹ ਸ਼ਕਤੀਆਂ ਜੋ ਤੁਹਾਡੀ ਖੋ ਗਈਆਂ ਸੀ ਉਹ ਸਭ ਫੇ ਪ੍ਰਾਪਤ ਹੋ ਜਾਣਗੀਆਂ। ਇਸ ਕਰਕੇ ਇੱਥੇ ਇਹ ਦੱਸ ਰਹੇ ਕਹਿੰਦੇ ਨੇ ਅਗਰ ਤੁਸੀਂ ਇਹਨੂੰ ਧਿਆਨ ਨਾਲ ਨਹੀਂ ਪੜਿਆ ਤੇ ਇਹ ਬਿਲਕੁਲ मीनिंगलेस हो जाएगा, चैप्टर बेकार हो जाएगा, एक बुलबुले की तरह हो जाएगा जेड़ा कभी भी फट सकता है और साडे वास्ते ही नुकसानदायक।
ਔਰ ਬੇਮਤਲਬ ਹੋ ਸਕਦੀ ਹੈ। ਪੂਰੀ ਪੜ੍ਹਾਈ ਜੋ ਅਸੀਂ ਕਰ ਰਹੇ ਹਾਂ ਜੋ ਉਹ ਬੇਕਾਰ ਹੋ ਜਾਏਗੀ। ਕਹਿੰਦੇ ਨੇ ਹੁਣ ਕਰਨਾ ਕੀ ਹੈ, ਉਹੀ ਪ੍ਰਕਿਰਿਆ ਉਹ ਦੱਸ ਰਹੇ ਨੇ। ਕਹਿੰਦੇ ਨੇ ਇੱਕ ਕਮਰੇ ਵਿੱਚ ਜਾਓ, ਆਪਣੇ ਕਮਰੇ ਵਿੱਚ ਬੈਡਰੂਮ ਵਿੱਚ ਜਾਓ, ਉੱਥੇ ਆਰਾਮ ਨਾਲ ਲਾਈਟ ਆਫ ਕਰ ਦਿਓ। ਲਾਈਟ ਆਫ ਕਰਕੇ ਫਿਰ ਉਸਦੇ ਵਿੱਚ ਇੱਕ ਛੋਟਾ ਜਿਹਾ ਬਲਬ ਤੁਹਾਡੇ ਬੈੱਡ ਦੇ ਉੱਤੇ ਜਲਦਾ ਹੋਏ, ਮਤਲਬ ਬੈੱਡ ਤੋਂ ਥੋੜਾ ਸਿਰ ਜਿੱਥੇ ਹੋਏ, ਤੁਹਾਡੀ ਅੱਖਾਂ ਜਿੱਥੇ ਹੋਏ ਉਸ ਤੋਂ ਥੋੜਾ ਉੱਚੇ, ਹੈ ਨਾ ਜੀ, ਜਿਵੇਂ ਦੀਵਾਰ ਤੇ ਲੱਗਿਆ ਹੋਏ ਨਿਓਨ ਬਲਬ। ਔਰ ਉਹਨੂੰ ਤੁਸੀਂ ਬਾਕੀ ਸਾਰੀ ਡਾਰਕ ਕਰ दो, लाइट्स ऑफ कर दो, बस एक वो छोटा जिहा बल्ब जलना होना चाहिए, बाकी सब ऑफ हो जाए। और अपने आप ਨੂੰ ਰਿਲੈਕਸ ਕਰੋ, ਇਵਨਲੀ ਬਰੀਥ ਕਰੋ, ਸਵਾਸਾਂ ਨੂੰ ਨਾਰਮਲੀ ਨੈਚੁਰਲੀ ਲੈਣਾ ਹੈ, ਪ੍ਰਕਿਰਤਿਕ ਸਵਾਸਾਂ ਨਾਲ ਜੁੜਨਾ ਹੈ। ਫਿਰ ਆਪਣੇ ਆਪ ਨੂੰ ਹੌਲੇ ਹੌਲੇ ਰਿਲੈਕਸ ਕਰਨਾ ਹੈ, ਰਿਲੈਕਸ ਮਸਲਸ ਔਰ ਸਾਰੀ ਬੋਡੀ ਪਾਰਟ ਨੂੰ ਰਿਲੈਕਸ ਕਰਨਾ ਹੈ। ਔਰ ਫਿਰ ਸੋਚਣਾ ਹੈ ਕਿ ਜਿਵੇਂ ਤੁਹਾਡੇ ਪੈਰਾਂ ਦੀ ਅੰਗੂਠੇ ਔਰ ਸਾਰੇ ਉਂਗਲੀਆਂ ਕਿਵੇਂ ਸੋ ਰਹੀਆਂ ਨੇ, ਰਿਲੈਕਸ ਹੋ ਰਹੀਆਂ ਨੇ, ਹੈਵੀ ਹੋ ਰਹੀਆਂ ਨੇ। ਔਰ ਤੁਹਾਨੂੰ ਇਹ ਸੋਚਣਾ ਵੀ ਹੈ ਕਿ ਤੁਸੀਂ ਤੁਹਾਡੀ ਸਾਰੀ ਜਿਵੇਂ ਪਹਿਲੇ ਵੀ ਉਹਨਾਂ ਨੇ ਇਹ ਕਹਾਣੀ ਦੱਸੀ ਹੈ ਪੂਰੀ, ਇਹ ਪੂਰੇ ਵਰਣਨ ਕੀਤਾ ਸੀ, ਐਕਸਪਲੇਨ ਕੀਤਾ ਸੀ ਚੈਪਟਰ ਨੰਬਰ 6 ਵਿੱਚ, ਸੌਰੀ 4 ਜਾਂ 6 ਵਿੱਚ, ਜਿਹਦੇ ਵਿੱਚ ਉਹਨਾਂ ਨੇ 4 ਵਿੱਚ, ਜਿਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਨੇ ਐਸਟਰਲ ਟਰੈਵਲ ਵਾਸਤੇ ਦੱਸਿਆ ਸੀ ਸਾਨੂੰ। ਚੈਪਟਰ 6 ਵਿੱਚ, ਲੈਸਨ 6 ਵਿੱਚ ਦੱਸਿਆ ਸੀ ਕਿ ਭਈ ਤੁਹਾਨੂੰ ਇਹ ਸਾਰੀ ਪ੍ਰਕਿਰਿਆ ਤੋਂ ਗੁਜ਼ਰਨਾ ਹੈ ਕਿ ਇੱਕ ਪੂਰੀ ਸ਼ਹਿਰ ਹੈ, ਸ਼ਹਿਰ ਦਾ ਕਿਵੇਂ ਉਹ ਬੰਦ ਹੋ ਰਿਹਾ ਹੈ ਹੌਲੇ ਹੌਲੇ ਕਰਕੇ। ਸਾਰੇ ਸੈੱਲ ਜਿਹੜੇ ਨੇ ਉਹ ਸਰੀਰ ਇੱਕ ਸ਼ਹਿਰ ਦੇ ਮਾਫਿਕ ਹੈ ਨਾ ਜੀ, ਪੂਰਾ ਸਰੀਰ। ਤੇ ਉਹ ਕਹਿੰਦੇ ਨੇ ਇੱਕ ਇੱਕ ਸੈੱਲ ਕਿਵੇਂ ਬੋਨੇ ਲੋਕਾਂ ਦੇ ਮਾਫਿਕ ਹੈ, ਤੇ ਹੌਲੇ ਹੌਲੇ ਉਹ ਨਿਕਲ ਰਹੇ ਨੇ, ਜੋ ਸਾਨੂੰ ਗੁਦਗੁਦੀ ਕਰਦੇ ਰਹਿੰਦੇ ਨੇ, ਜਿਹਦੀ ਵਜ੍ਹਾ ਨਾਲ ਸਾਡੇ ਅੰਦਰ ਸੈਂਸੇਸ਼ਨ ਹੁੰਦਾ ਹੈ। ਕਹਿੰਦੇ ਨੇ ਉਹਨਾਂ ਨੂੰ ਸਭ ਨੂੰ ਰਿਲੈਕਸ ਕਰੋ, ਉਹਨਾਂ ਨੂੰ ਕਹੋ ਤੁਸੀਂ ਮਾਰਚ ਕਰੋ, ਪਰੇਡ ਕਰਦੇ ਹੋਏ ਆਪਣੇ ਆਪਣੇ ਕਰਦੇ ਹੋਏ ਪੈਰਾਂ ਤੋਂ, ਫਿਰ ਕੀ ਕਹਿੰਦੇ ਨੇ ਏੜੀ ਤੋਂ, ਫਿਰ ਲੱਤ ਤੋਂ, ਫਿਰ ਜਾਂਘਾਂ ਤੋਂ, ਫਿਰ ਹਿਪ ਤੋਂ, ਫਿਰ ਉਹਦੇ ਬਾਅਦ ਹੌਲੇ ਹੌਲੇ ਉੱਤੇ ਆਉਂਦੇ ਜਾਓ, ਹੈ ਨਾ ਜੀ, ਪੇਟ ਦੇ ਉੱਤੇ, ਫਿਰ ਚੈਸਟ ਦੇ ਉੱਤੇ, ਫਿਰ ਅੱਖਾਂ ਤੱਕਨ ਉਹਨਾਂ ਨੂੰ ਸਾਰਿਆਂ ਤੋਂ ਲੈ ਕੇ ਆ ਜਾਓ। ਅੱਖਾਂ ਨੂੰ ਬੰਦ ਨਹੀਂ ਕਰਨਾ ਹੈ ਹੁਣੇ, ਕਿਉਂਕਿ ਅੱਖਾਂ ਦੀ ਤੱਕ ਹੀ ਕਿਉਂ ਲਿਆਣਾ ਹੈ ਉਹ ਵੀ ਮੈਂ ਦੱਸ ਰਹੀ ਹਾਂ ਤੁਹਾਨੂੰ। ਇਹ ਸਾਰੀ ਪ੍ਰਕਿਰਿਆ ਕਰਨ ਦੇ ਬਾਅਦ ਸਾਰੇ ਬੋਨਿਆਂ ਨੂੰ ਅੱਖਾਂ ਤੱਕ ਲੈ ਕੇ ਆਓ, ਕਿਉਂਕਿ ਅੱਖਾਂ ਨੂੰ ਅਸੀਂ ਅੱਖਾਂ ਤੋਂ ਦੇਖਣਾ ਹੈ ਉਸ ਬਲਬ ਨੂੰ ਜਿਹੜਾ ਸਾਡੇ ਉੱਤੇ ਹੈ। ਇਸ ਕਰਕੇ ਅੱਖਾਂ 10 ਮਿੰਟ 10 ਸੈਕਿੰਡ ਤੱਕ ਜਾਂ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਦੇਖੋਗੇ, ਉਹਦੇ ਬਾਅਦ ਫਿਰ ਕਾਊਂਟ ਕਰਕੇ ਉਹਨੂੰ ਅੱਖਾਂ ਨੂੰ ਬੰਦ ਕਰੋਗੇ। ਇਸ ਕਰਕੇ ਉਹਨਾਂ ਨੇ ਸਾਰੇ ਬੋਨਿਆਂ ਨੂੰ ਉੱਥੇ ਇਕੱਠਾ ਕੀਤਾ ਹੈ ਅੱਖਾਂ ਦੇ ਕੋਲ, ਔਰ ਕਿਹਾ ਹੈ ਕਿ ਧਿਆਨ ਰੱਖੋ ਕਿ ਬੋਨੇ ਵਾਪਿਸ ਨਾ ਜਾਣ, ਬੈਰੀਅਰ ਲਗਾਉਂਦੇ ਜਾਓ ਔਰ ਦੇਖਦੇ ਰਹੋ ਤੁਹਾਡਾ ਹਰ ਇੱਕ ਅੰਗ ਰਿਲੈਕਸ ਹੋ ਰਿਹਾ। ਇਹ ਚੀਜ਼ ਉਹਨਾਂ ਨੇ ਪਹਿਲੇ ਵੀ ਚੈਪਟਰ ਵਿੱਚ ਦੱਸੀ ਹੈ, ਉਵੇਂ ਹੀ ਪ੍ਰਕਿਰਿਆ ਕਰਨੀ ਹੈ। ਫਿਰ ਦੂਜੀ ਪ੍ਰਕਿਰਿਆ, 2 ਪ੍ਰਕਿਰਿਆ ਦੱਸੀ ਸੀ, ਬੋਨਿਆਂ ਨੂੰ ਲੈ ਕੇ ਉੱਤੇ ਅੱਖਾਂ ਤੱਕ ਲੈ ਕੇ ਆਓ। ਫਿਰ ਦੂਜੀ ਪ੍ਰਕਿਰਿਆ ਸੀ ਕਿ ਬੋਨਿਆਂ ਨੂੰ ਕਹੋ ਇੱਕ 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 ਫੈਕਟਰੀ ਹੈ, ਫੈਕਟਰੀ ਵਿੱਚ ਸਾਰੇ ਕੰਮ ਕਰ ਰਹੇ ਨੇ, ਹੈ ਨਾ, ਇਹ ਪੂਰਾ ਸਰੀਰ ਸਾਡਾ ਫੈਕਟਰੀ ਦੇ ਮਾਫਿਕ ਹੈਗਾ ਹੈ, ਔਰ ਹਰ ਇੱਕ ਅੰਗ ਵਿੱਚ ਬੋਨੇ ਕੰਮ ਕਰ ਰਹੇ ਨੇ। ਸਾਰੇ ਬੋਨਿਆਂ ਨੂੰ ਕਹੋ ਕਿ ਆ ਜਾਓ, ਇੱਕ ਇੱਕ ਅੰਗ ਤੋਂ ਬਾਹਰ ਨਿਕਲੋ ਨਿਕਲੋ ਨਿਕਲੋ, ਰਿਲੈਕਸ ਰਿਲੈਕਸ ਰਿਲੈਕਸ, ਬਾਹਰ ਨਿਕਲ ਰਹੇ ਨੇ। ਉਹ ਵਾਪਸ ਦੌੜ ਦੌੜ ਕੇ ਨਾਭੀ ਤੱਕਨ ਆ ਰਹੇ ਨੇ, ਸਿਲਵਰ ਕੌਰਡ ਤੱਕਨ ਆ ਤੁਹਾਡੇ ਪਹੁੰਚ ਰਹੇ ਨੇ। ਫਿਰ ਪੈਰ ਨੂੰ ਦੇਖੋ, ਪੈਰ ਸ਼ਾਂਤ ਹੋ ਗਿਆ ਹੈ, ਹੈਵੀ ਹੋ ਗਿਆ ਹੈ ਨਾ ਜੀ, ਰਿਲੈਕਸ ਹੋ ਗਿਆ ਹੈ। ਔਰ ਉੱਥੇ ਝੁੰਝੁਨਾਹਟ ਮਤਲਬ ਨਮ ਹੋ ਰਿਹਾ, ਜਦ ਨਮ ਹੁੰਦਾ ਤੇ ਝੁੰਝੁਨਾਹਟ ਜੀ ਹੁੰਦੀ ਨਾ, ਉਵੇਂ ਫੀਲ ਹੋ ਰਿਹਾ। ਉਹ ਕਹਿੰਦੇ ਨੇ ਉਵੇਂ ਹੀ ਤੁਹਾਨੂੰ ਫੀਲ ਕਰਦੇ ਹੋਏ ਸਾਰੇ ਬੋਨਿਆਂ ਨੂੰ ਬੈਰੀਅਰਸ ਲਗਾਉਂਦੇ ਹੋਏ ਕਿ ਭਾਈ ਇੱਕ ਵੀ ਬੋਨਾ ਵਾਪਿਸ ਨਾ ਜਾਏ। ਤੇ ਇਹ ਇਮੈजिन करना है ना जी, पुलिस बिठानी है या बैरियर लगा रही हो पुलिस, एवें भी सोचना है ताकि वो चीज दोबारा ना जाए वापस। ਤੁਹਾਡੀ ਚੇਤਨਾ ਜਿਹੜੀ ਜਾਗ ਜਾਂਦੀ ਹੈ ਕਿ ਉਹ ਪੈਰ ਦੇਖੋ ਹੋਵੇ, ਇਸ ਤਰ੍ਹਾਂ ਇਸ ਕਰਕੇ ਉਹ ਬਾਰ ਬਾਰ ਇਹ ਦੱਸ ਰਹੇ।
ਕਹਿੰਦੇ ਨੇ ਹੌਲੇ ਹੌਲੇ ਆਪਣੀ ਅੱਖਾਂ ਨੂੰ, ਹੱਥਾਂ ਨੂੰ, ਪੇਟ ਨੂੰ, ਹਿਪਸ ਨੂੰ, ਸਾਰਿਆਂ ਨੂੰ, ਪੀਠ ਨੂੰ, ਸਾਰਿਆਂ ਨੂੰ ਰਿਲੈਕਸ ਕਰਦੇ ਹੋਏ, ਔਰ ਜੋ ਇਰੀਟੇਸ਼ਨ ਹੋ ਰਹੀ ਹੈ ਉਹਨਾਂ ਉਸ ਤੋਂ ਬਾਹਰ ਆਉਂਦੇ ਹੋਏ, ਔਰ ਉਹਨਾਂ ਨੂੰ ਸਾਰਿਆਂ ਨੂੰ ਸਿਲਵਰ ਕਾਰਡ ਦੇ ਕੋਲ ਲੈ ਕੇ ਆਓ, ਔਰ ਹੌਲੇ ਹੌਲੇ ਉਹਨੂੰ ਤੁਸੀਂ ਕਹੋ ਕਿ ਹੁਣ ਤੁਸੀਂ ਸਿਲਵਰ ਕਾਰਡ ਤੋਂ ਚਲੇ ਜਾਓ, ਉਹਦੇ ਉੱਤੇ ਚੜ ਕੇ ਬਾਹਰ ਨਿਕਲ ਜਾਓ ਮੇਰੇ ਸਰੀਰ ਤੋਂ, ਤੇ ਰਿਲੈਕਸ ਹੋ ਜਾਂਦਾ ਹੈ ਤੁਹਾਡਾ ਸਿਰ। ਫਿਰ ਤੁਹਾਡਾ ਧਿਆਨ, ਤੁਸੀਂ ਆਪਣਾ ਸਲੋ ਬਰੀਦਿੰਗ ਕਰਨਾ ਸ਼ੁਰੂ ਕਰੋ। ਜਦ ਸਲੋ ਬਰੀਦਿੰਗ ਹੋਏਗੀ ਆਰਾਮ ਨਾਲ, ਕਿ ਸੰਤੋਸ਼ ਵਾਲੀ ਸਾਹ ਲੈ ਰਹੇ ਹਾਂ, ਸੰਤੋਸ਼ ਵਾਲੀ ਡੀਪ ਬਰੀਦਿੰਗ ਕਰ ਰਹੇ ਹਾਂ, है ना जी, और शांत हो रहा, होले होले सांस ਲੈਣੀ ਹੈ, ਕੋਈ मतलब तेजी ना नहीं ਲੈਣੀ, नेचुरल ब्रीदिंग करते हुए ਜਿਹੜਾ है, और अपनी ਅੱਖਾਂ ਦਿਓ, और कुछ सेकंड वास्ते अपने थोड़ी जी वेट करो, होल्ड कर लो अपनी साह ਨੂੰ, और थोड़ी फिर ਤੋਂ ਸਾਹ ਲਓ, ਤਾਂ ਕਿ ਤੁਸੀਂ ਆਪਣੀ ਧੜਕਣ, ਜਿਹੜੀ ਤੁਹਾਡੀ ਹਾਰਟ ਬੀਟ ਹੋ ਰਹੀ ਹੈ, ਉਹ ਵੀ ਤੁਹਾਨੂੰ ਸੁਣਾਈ ਦੇ, ਜੋ ਧਕ 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 ਜਿਹੜੀ ਅੰਦਰ ਆ ਰਹੀ ਹੈ ਤੁਹਾਡੇ ਕੰਨਾਂ ਤੋਂ ਸੁਣਾਈ ਦੇਗੀ। ਮੈਂ ਤੇ ਐਕਸਪੀਰੀਅੰਸ ਕੀਤਾ ਹੋਇਆ, ਹੁੰਦਾ ਹੈ ਕਿ ਤੁਹਾਨੂੰ ਆਪਣੀ ਧੜਕਣ ਸੁਣਾਈ ਦਿੰਦੀ ਹੈ। ਆਈ ਥਿੰਕ ਸੋ ਕੋਈ ਹੈਗਾ ਜਿਹਨੂੰ ਇਹ ਫੀਲ ਹੋਇਆ ਕਦੀ? थोड़ा बहुत किसी टाइम। Yes, Navneet, always. बिल्कुल। हाँ, कई बारी मैं सो रही हूँ ना, मैनू अपनी हार्ट बीट सुनाई देने लगती है, और कई बारी बांह तो मेरी हार्ट बीट मैनू नस तो सुनाई देने लगती है। Yes. इन्ना कॉन्शियस हो जाता है कई हम्म। बारी, कॉन्शियस कह लो कि रिलैक्स कह लो, पता नहीं, रिलैक्स बट कह लो या हाँ, when we are शांत fully होंगे अवेयरनेस, attached with our body. इस टाइम, जी बिल्कुल शांत बैठे होंगे ना ਆਪਾਂ, जी जी, ਉਹੀ ਚੀਜ਼ ਉਹ ਹੁੰਦਾ ਹੈ। ਫਿਰ ਉਹ ਕਹਿੰਦੇ ਨੇ ਕਿ ਇਹ ਚੀਜ਼ ਫੀਲ ਕਰੋ, ਫਿਰ ਹੌਲੇ ਹੌਲੇ ਜਿਹੜੀ ਸਾਹ ਨੂੰ ਫਿਰ ਲਓ, ਜਾਂਦੇ ਹੋਏ ਆਂਦੇ ਹੋ, ਉਹ ਸਾਰੀ ਮਾਸਪੇਸ਼ੀਆਂ ਨੂੰ, ਸਾਰੇ ਅੰਗਾਂ ਨੂੰ, ਆਪਣੇ ਆਪ ਨੂੰ ਸ਼ਾਂਤ ਕਰਦੇ ਹੋਏ, ਰਿਲੈਕਸ ਕਰਦੇ ਹੋਏ, ਹੁਣ ਤੁਹਾਨੂੰ ਅੱਗੇ ਦੀ ਪ੍ਰਕਿਰਿਆ ਕਰਨੀ ਹੈ ਕਿ ਉੱਤੇ ਜਿਹੜੀ ਲਾਈਟ ਸੀ ਉਹਨੂੰ ਤੁਸੀਂ ਦੇਖਣਾ ਹੈ, ਔਰ ਉਹਨੂੰ ਦੇਖਦੇ ਰਹੋ ਜਦ ਤੱਕ ਤੁਹਾਡੀ ਅੱਖਾਂ ਥੱਕਣ ਨਾ ਲੱਗਣ, ਔਰ ਤੁਸੀਂ ਹੈਵੀ ਮਹਿਸੂਸ ਨਾ ਕਰੋ। ਫਿਰ ਤੁਸੀਂ ਆਪਣੇ ਆਪ ਨੂੰ ਬੋਲਣਾ ਹੈ ਕਿ ਮੇਰੀ ਅੱਖਾਂ ਹੈਵੀ ਹੋ ਰਹੀਆਂ ਨੇ, ਮੇਰੀ ਅੱਖਾਂ ਥੱਕ ਰਹੀਆਂ ਨੇ, ਹੈ ਨਾ ਜੀ, ਮੇਰੀ ਅੱਖਾਂ, ਮੈਨੂੰ ਨੀਂਦਰ ਆ ਰਹੀ ਹੈ, ਔਰ ਉਸ ਲਾਈਟ ਨੂੰ ਦੇਖਦੇ ਹੋਏ ਜਦ ਤੁਸੀਂ, ਔਰ ਹੋ ਸਕਦਾ ਹੈ ਕਿ ਤੁਹਾਨੂੰ ਲੱਗੇ ਕਿ ਭਾਈ ਮੈਂ ਕਾਊਂਟ ਕਰਾਂ 10 ਤੱਕ ਗਿਣਤੀ, ਤੇ ਤੁਸੀਂ 10 ਤੱਕ ਗਿਣਤੀ ਵੀ ਕਾਊਂਟ ਕਰ ਲਓ, ਹੈ ਨਾ ਜੀ, 1 2 3 4 5, 5 ਆਏ ਤੇ ਬੋਲੋ ਕਿ ਮੈਨੂੰ ਨੀਂਦਰ ਆ ਰਹੀ ਹੈ ਨਾ ਜੀ। ਫਿਰ ਤੁਸੀਂ ਬੋਲ ਸਕਦੇ ਹੋ ਕਿ ਮੇਰੀ ਅੱਖਾਂ ਹੁਣ ਖੁੱਲਦੀਆਂ ਨਹੀਂ ਪਈਆਂ ਨੇ, ਔਰ ਹੈਵੀ ਹੋ ਰਹੀਆਂ ਨੇ, ਬੋਝਲ ਹੋ ਰਹੀਆਂ ਨੇ, ਸੌਣ ਦੀ ਸਥਿਤੀ ਆ ਰਹੀ ਹੈ। ਫਿਰ 9ਵੇਂ ਵਿੱਚ ਤੁਸੀਂ ਬੋਲੋ ਕਿ ਮੈਂ ਆਪਣੀ ਅੱਖਾਂ ਨੂੰ ਬੰਦ ਕਰ ਰਿਹਾ ਹਾਂ, ਹੈ ਨਾ ਜੀ। ਫਿਰ 10ਵੇਂ ਵਿੱਚ ਕਹੋ ਕਿ ਅਬ ਹੁਣ ਮੇਰੀ ਅੱਖਾਂ ਬੰਦ ਹੋ ਗਈਆਂ ਨੇ, ਔਰ ਹੁਣ ਨਹੀਂ ਔਰ ਖੁੱਲ ਪਾ ਰਹੀਆਂ ਨੇ। ਤੇ ਇਸ ਕਰਕੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਹਿਪਨੋਟਾਈਜ਼ ਕਰ ਸਕਦੇ ਹੋ, ਸੋ ਸਕਦੇ ਹੋ। ਫਿਰ ਕਹਿੰਦੇ ਨੇ ਕਿ ਅਗਰ ਐਵੇਂ ਨਹੀਂ ਹੁੰਦਾ ਹੈ ਇਸ ਪ੍ਰੋਸੈਸ ਵਿੱਚ, ਇਸ ਸੈਸ਼ਨ ਵਿੱਚ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨੀਂਦਰ ਨਹੀਂ ਆ ਰਹੀ ਹੈ ਜਾਂ ਤੁਹਾਡੀ ਅੱਖਾਂ ਬੋਝਲ ਨਹੀਂ ਹੋ ਰਿਹਾ, ਤਾਂ ਵੀ ਆਪਣੇ ਉੱਤੇ ਸੈਲਫ ਡਾਊਟ ਨਹੀਂ ਕਰਨਾ, ਕੋਈ ਗੱਲ ਨਹੀਂ। ਉਸ ਜੋ ਵੀ ਹੋ ਰਿਹਾ ਹੈ ਉਹਨੂੰ ਮਹਿਸੂਸ ਕਰਦੇ ਹੋਏ ਆਪਣੀ ਅੱਖਾਂ ਨੂੰ ਖੁਦ ਹੀ ਬੰਦ ਕਰ ਲਓ, ਹੈ ਨਾ ਜੀ। ਇਹ ਵੀ ਕਰ ਸਕਦੇ ਹੋ ਤੁਸੀਂ। ਕਹਿੰਦੇ ਨੇ ਕੋਈ ਨਹੀਂ, ਪਹਿਲੀ ਵਾਰੀ, ਦੂਜੀ ਵਾਰੀ, ਤੀਜੀ ਵਾਰੀ ਹੋ ਸਕਦਾ ਤੁਹਾਡੇ ਨਾਲ ਇਹ ਪ੍ਰਕਿਰਿਆ ਨਾ ਹੋਏ, ਲੇਕਿਨ ਕੋਸ਼ਿਸ਼ ਕਰੋ ਕਿ ਤੁਹਾਨੂੰ ਇਹ ਪ੍ਰਕਿਰਿਆ ਦੁਹਰਾਣੇ ਰਹਿਣਾ ਹੈ ਹਰ ਦਿਨ, ਤਾਂ ਕਿ ਤੁਸੀਂ ਇੱਕ ਟਾਈਮ ਐਵੇਂ ਆਏਗਾ, ਦਿਸ ਇਜ਼ ਅ ਪ੍ਰੋਸੈਸ ਆਫ ਆਟੋ ਹਿਪਨੋਟਿਕ, ਹੈ ਨਾ ਜੀ, ਸੈਸ਼ਨਸ। ਇਹ ਸੈਸ਼ਨਸ ਦੀ ਤਰ੍ਹਾਂ ਜੋ ਤੁਸੀਂ ਆਪਣੇ ਆਪ ਤੋਂ ਲੈ ਰਹੇ ਹੋ, ਕੋਈ ਹੋਰ ਦੇ ਕੋਲ ਜਾਓਗੇ ਫਿਜ਼ੀਓਥੈਰੇਪਿਸਟ ਕੋਲ, ਉਹ ਹਿਪਨੋਟਾਈਜ਼ ਕਰੇਗਾ, ਉਹ ਵੀ ਸੈਸ਼ਨਸ ਲਏਗਾ, ਹੌਲੇ ਹੌਲੇ ਉਹ ਤੁਹਾਨੂੰ ਪ੍ਰਿਪੇਅਰ ਕਰੇਗਾ ਮੈਂਟਲੀ। ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਮਤਲਬ ਪ੍ਰਿਪੇਅਰ ਕਰੋ ਮੈਂਟਲੀ
ਕਿ ਹਾਂ ਮੈਂ ਐਵੇਂ ਆਪਣੇ ਆਪ ਨੂੰ ਹਿਪਨੋਟਾਈਜ਼ ਕਰ ਸਕਦਾ ਹਾਂ। ਤੇ ਕਹਿੰਦੇ ਨੇ ਔਰ ਇਹ ਤੁਹਾਡੇ ਫਿਊਚਰ ਵਿੱਚ ਕੰਮ ਆਏਗਾ, ਔਰ ਅਗਲੀ ਵਾਰੀ ਤੁਹਾਨੂੰ ਮੁਸ਼ਕਿਲ ਨਹੀਂ ਹੋਏਗੀ ਇਹ ਆਪਣੇ ਆਪ ਨੂੰ ਆਟੋ ਹਿਪਨੋਟਾਈਜ਼ ਕਰਨ ਦੇ ਵਾਸਤੇ। ਤੇ ਫਿਰ ਉਹ ਦੱਸਦੇ ਨੇ ਕਹਿੰਦੇ ਨੇ ਅਗਰ 10 ਕਾਊਂਟ ਕਰਨੇ ਦੇ ਬਾਅਦ ਅਗਰ ਨੀਂਦਰ ਨਾ ਆਏ, ਉਹੀ ਗੱਲ ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਤੇ ਫਿਰ ਤੁਹਾਨੂੰ ਖੁਦ ਹੀ ਆਪਣੇ ਆਪ ਅੱਖਾਂ ਬੰਦ ਕਰ ਲੈਣੀਆਂ ਨੇ। ਕਹਿੰਦੇ ਨੇ ਦਿਸ ਇਜ਼ ਫਾਊਂਡੇਸ਼ਨ ਕੰਡੀਸ਼ਨਡ ਰਿਫਲੈਕਸ ਐਂਡ ਕੁਆਇਟ ਐਸੈਂਸ਼ੀਅਲ। ਇਹ ਬਹੁਤ ਜ਼ਰੂਰੀ ਪ੍ਰਕਿਰਿਆ ਹੈ ਕਿਉਂਕਿ ਇਹ ਫਾਊਂਡੇਸ਼ਨ ਹੈ, ਇਹ ਕੰਡੀਸ਼ਨਡ ਰਿਫਲੈਕਸ ਹੈ। ਰਿਫਲੈਕਸ ਮੈਮ ਇਹ ਵਰਡ ਦਾ ਮੀਨਿੰਗ ਤੁਸੀਂ ਦੱਸ ਦਿਓ ਗੁਰਪਿੰਦਰ ਮੈਮ। Yes, I am. This is foundation, condition, reflex and quite essential. Quite essential, it is very necessary and this is the foundation for foundation ਵੀ ਹੈ, ਬਹੁਤ ਜ਼ਰੂਰੀ ਵੀ ਹੈ। What is the meaning of reflex? ਰਿਫਲੈਕਸ ਮਤਲਬ ਜਿਹੜਾ ਬਾਡੀ ਦੇ ਸਾਨੂੰ ਰਿਫਲੈਕਸਸ ਹੁੰਦੇ ਨੇ, ਜਿਹੜੇ ਸੰਦੇਸ਼ ਸਾਨੂੰ ਮਿਲਦੇ ਨੇ, ਉਹਨਾਂ ਨੂੰ ਰਿਲੈਕਸ ਕਰਨਾ। ਪ੍ਰਤੀਕਿਰਿਆ, ਹਾਂ, ਰਿਫਲੈਕਸਸ। ਹਾਂ, ਰਿਫਲੈਕਸਸ ਜਿਹੜੇ ਬਾਡੀ ਦੇ ਆਉਂਦੇ ਆ ਨਾ, ਕਿ ਜਦੋਂ ਕੁਝ ਸੋਚਿਆ ਤੇ ਆਪਣੀ ਕਈ ਵਾਰੀ ਟਵਿਚ ਹੋ ਜਾਂਦੀ ਹੈ ਉਂਗਲ ਜਾਂ ਕੁਝ, ਉਹਨਾਂ ਚੀਜ਼ਾਂ ਲਈ। ਹਾਂ, ਦਿਸ ਇਜ਼ ਮਤਲਬ ਇਹ ਨੈਚੁਰਲ ਪ੍ਰੋਸੈਸ ਹੈ। ਅਗਰ ਤੁਸੀਂ ਰੋਜ਼ ਐਵੇਂ ਕਰੋਗੇ ਤੇ ਇਹ ਨਾਰਮਲ ਔਰ ਨੈਚੁਰਲੀ ਇੱਕ ਫਾਊਂਡੇਸ਼ਨ ਬਣ ਜਾਏਗਾ ਤੇ ਇਹ ਪ੍ਰਤੀਕਿਰਿਆ ਤੁਹਾਡੀ ਬਾਡੀ ਆਪਣੇ ਆਪ ਕਰਨ ਲੱਗੇਗੀ, ਕਰਨ ਲੱਗ ਜਾਏਗੀ। ਯੈਸ, ਜਿਸ ਤਰ੍ਹਾਂ ਹੁਣ ਜਦੋਂ ਤੁਸੀਂ ਕਰਾ ਰਹੇ ਸੀ ਹਨਾ, ਮੈਂ ਸੁਣਦੇ ਬਿਲਕੁਲ ਲੇਟ ਗਈ ਸੀ ਇੱਕਦਮ ਜੀ, ਮੈਨੂੰ ਵੀ ਨੀਂਦਰ ਆ ਰਹੀ ਸੀ। ਅੱਜ ਈਅਰਪੌਡ ਲਗਾਏ ਸੀ ਕਰਕੇ ਤੁਸੀਂ ਦੱਸਿਆ ਸੀ ਸੈਲਫ, ਔਰ ਮੈਂ ਜਿਵੇਂ ਆਪਣਾ ਐਂਕਲ ਤੇ ਲੈ ਕੇ ਗਈ ਉਹ, ਤਾਂ ਮੈਨੂੰ ਐਂਕਲ ਦੀ ਆਪਣੇ ਦੀ ਪਲਸ ਸੁਣਾਈ ਦੇਣੀ ਸ਼ੁਰੂ ਹੋ ਗਈ ਸੀ ਪੈਰ ਦੀ। ਮੇਰੇ ਏਦਾਂ ਹੀ ਹੁੰਦਾ ਬਾਡੀ ਦਾ, ਐਨੀ ਟਾਈਮ ਆਈ ਕਿਹਾ, ਤਾਂ ਉਹ ਫਿਰ ਹੈਬਿਟ ਬਣ ਜਾਂਦੀ ਹੈ ਤੁਹਾਡੀ। यस, और मैं कर आ रही है और नींद आ रही है, नींद मेरी हैवी हो रही है। चलो सोने हैं सारे जने और सेल्फ हिप्नोसिस च जाके क्वेश्चन नेक्स्ट पेपर टाइम देखते हैं। प्रैक्टिकल करांगे, बहुत अच्छा आएगा। ठीक है। ਕਹਿੰਦੇ ਨੇ ਇਹ ਵਰਡਸ ਬਦਲ ਸਕਦੇ ਆ। ਮੈਂ ਜਿਵੇਂ ਦੱਸ ਰਿਹਾ, ਇਹ ਵਰਡਸ ਜਿਹੜੇ ਨੇ ਚੇਂਜ ਵੀ ਤੁਸੀਂ ਕਰ ਸਕਦੇ ਹੋ, ਕਦੀ ਕੁਝ ਵੀ ਬੋਲ ਸਕਦੇ ਹੋ, ਕਦੀ ਕੁਝ ਬੋਲ ਸਕਦੇ ਹੋ। ਇਹ ਨਹੀਂ ਹੈ ਕਿ ਮੈਂ ਜੋ ਲਿਖ ਦਿੱਤਾ ਹੈ, ਮੈਂ ਜੋ ਕਹਿ ਦਿੱਤਾ ਹੈ ਉਵੇਂ ਹੀ ਕਰਨਾ ਹੈ, ਨਹੀਂ, ਇਹ ਤੁਹਾਡੀ ਕਲਪਨਾ ਹੈ। ਤੁਸੀਂ ਆਪਣੇ ਆਪ ਨੂੰ ਕਿਵੇਂ ਹਿਪਨੋਟਾਈਜ਼ ਕਰਨਾ, ਇਹ ਚੀਜ਼ ਤੁਹਾਡੇ ਉੱਤੇ ਹੈ। ਫਿਰ ਉਹ ਕਹਿੰਦੇ ਨੇ ਵਰਡਸ ਬਦਲ ਕਰਕੇ, ਕਿਉਂਕਿ ਮੈਂ ਇਹਨੂੰ ਟ੍ਰਾਂਸਲੇਟ ਨਹੀਂ ਕੀਤਾ, ਮੈਂ ਕਿਹਾ ਮੈਂ ਪੜ੍ਹ ਦਾਂਗੀ ਫਟਾਫਟ। ਤੇ ਕਹਿੰਦੇ ਨੇ when I have counted up to 10, my eyelids will become very, very heavy and my eyes will become tired and will have to close my eyes and nothing will keep them open after I have reached the count of 10। ਐਵੇਂ ਵੀ ਤੁਸੀਂ ਕਹਿ ਸਕਦੇ ਹੋ। ਪਹਿਲੇ ਉਹਨਾਂ ਨੇ ਕਿਸੇ ਹੋਰ ਢੰਗ ਨਾਲ ਕਿਹਾ ਸੀ, ਹੁਣ ਉਹ ਥੋੜਾ ਜਿਹਾ ਬਦਲ ਕਰਕੇ ਦੱਸ ਰਹੇ ਨੇ ਸਾਨੂੰ, ਹੈ ਨਾ ਜੀ। ਤੇ ਕਹਿੰਦੇ ਨੇ ਕਿ the moment I do let my eyes close, ਜਿਵੇਂ ਹੀ ਮੈਂ ਇਹ ਚੀਜ਼ ਕਰਾਂ ਮੇਰੀ ਅੱਖਾਂ ਬੰਦ ਹੋਣ ਲੱਗਣ, I shall fall into a state of complete self hypnotize। तो ਮੈਂ ਆਪਣੇ ਆਪ ਨੂੰ ਖੁਦ ਨੂੰ ਸਮੋਹਿਤ ਕਰ ਪਾਵਾਂ। ਬਸ ਮੇਰੀ ਅੱਖਾਂ ਬੰਦ ਹੋ ਜਾਣਗੀਆਂ 10 ਸੈਕਿੰਡ, ਜਿਵੇਂ ਹੀ ਮੈਂ ਮਤਲਬ ਪਹਿਲੇ ਹੀ ਆਪਣੇ ਆਪ ਨੂੰ ਮੈਂਟਲੀ ਇਹ ਕਹਿ ਕੇ ਤੁਸੀਂ ਇਹ ਚੀਜ਼ ਦੁਹਰਾ ਕੇ ਆਪਣੇ ਮਨ ਵਿੱਚ ਫਿਰ ਵੀ ਲੇਟ ਸਕਦੇ ਹੋ ਔਰ ਕਾਊਂਟਿੰਗ ਸ਼ੁਰੂ ਕਰ ਸਕਦੇ ਹੋ। I shall be fully conscious, ਮੈਂ ਚੇਤਨਾ ਵਿੱਚ ਰਵਾਂਗਾ। ਇਹ ਨਹੀਂ ਕਿ ਮੈਂ ਅੱਖਾਂ ਬੰਦ ਕਰ ਲਿੱਤੀਆਂ ਔਰ ਸਭ ਹੋ ਗਿਆ, ਨਿੰਦਰ ਵਿੱਚ ਚਲਾ ਜਾਵਾਂ, ਫਿਰ ਸੁਪਨਿਆਂ ਵਿੱਚ ਗਹਿਰੇ ਡੂੰਘੇ ਡੀਪ ਪਹੁੰਚ ਜਾਵਾਂ, ਨਹੀਂ। ਕਹਿੰਦੇ ਮੈਂ ਚੇਤਨਾ ਵਿੱਚ ਰਵਾਂਗਾ, ਅਵੇਅਰ ਰਵਾਂਗਾ, ਜੋ ਵੀ ਪ੍ਰਕਿਰਿਆ ਸੌਣ ਦੇ ਬਾਅਦ ਹੋ ਰਹੀ ਹੈ, ਇੱਕ ਤਰ੍ਹਾਂ ਦੀ ਯੋਗ ਨਿਦਰਾ ਜਿਵੇਂ ਹੁੰਦੀ ਹੈ ਉਵੇਂ ਹੀ ਮੈਨੂੰ ਲੱਗ ਰਿਹਾ ਥੋੜੀ ਬਹੁਤ ਮਿਲਦੀ ਹੈ। And I shall जी, and I shall hear and know everything that happens and I shall be able to order my
सबकॉन्शियस माइंड एज आई वांट टू। ਤੇ ਇਸ ਪ੍ਰਕਿਰਿਆ ਵਿੱਚ ਮੈਂ ਆਪਣੇ ਸਬਕੌਂਸ਼ੀਅਸ ਚੇਤਨ ਅਵਚੇਤਨ ਮਨ ਨੂੰ ਆਗਿਆ ਦੇ ਪਾਵਾਂ ਕਿ ਮੈਨੂੰ ਕੀ ਚਾਹੀਦਾ ਹੈ, ਮੈਂ ਇਹਨੂੰ ਉਹਨੂੰ ਜੋ ਵੀ ਆਦੇਸ਼ ਦੇ ਕਰਕੇ ਕੰਮ ਕਰਾ ਪਾਵਾਂ ਜੋ ਮੈਂ ਚਾਹਨਾ ਹਾਂ। ਤੇ ਇਹ ਚੀਜ਼ ਉਹਨਾਂ ਨੇ ਆਪਣੇ ਅਲੱਗ ਸ਼ਬਦਾਂ ਵਿੱਚ ਦੱਸੀ ਕਿ ਮੈਂ ਚੇਤਨਾ ਵਿੱਚ ਰਵਾਂ ਤੇ ਮੈਂ ਸਬਕੌਂਸ਼ੀਅਸ, ਚਾਹੇ ਮੈਂ ਗਹਿਰੀ ਨਿੰਦਰ ਵਿੱਚ ਜਾ ਰਿਹਾ, ਚਾਹੇ ਮੈਂ ਨਿੰਦਰ ਵਿੱਚ ਉਤਰ ਰਿਹਾ ਔਰ ਸਮੋਹਿਤ ਹੋ ਰਿਹਾ, ਆਪਣੇ ਆਪ ਨੂੰ ਸਮੋਹਿਤ ਕਰ ਰਿਹਾ, ਫਿਰ ਵੀ ਮੈਨੂੰ ਯਾਦ ਰਵੇ ਕਿ ਮੈਨੂੰ ਕਰਨਾ ਕੀ ਹੈ ਨਾ ਜੀ, ਇਹ ਚੀਜ਼। ਔਰ ਇਹੀ ਚੀਜ਼ ਉਹਨਾਂ ਨੇ ਐਸਟਰਲ ਟਰੈਵਲਿੰਗ ਵਿੱਚ ਵੀ ਕਹੀ ਸੀ ਕਿ ਤੁਸੀਂ ਐਵੇਂ ਹੀ ਕਰ ਸਕਦੇ ਹੋ ਆਪਣੀ ਚੇਤਨ ਅਵਸਥਾ ਵਿੱਚ, ਹੈ ਨਾ ਜੀ, ਕਿ ਤੁਹਾਨੂੰ ਜਿੱਥੇ ਵੀ ਤੁਸੀਂ ਜਾ ਰਹੇ ਹੋ ਉੱਥੇ ਇੱਕ ਤਰ੍ਹਾਂ ਦਾ ਸੰਮੋਹਨ ਹੀ ਕੀਤਾ ਸੀ ਉਹਨਾਂ ਨੇ ਕਿ ਭਾਈ ਆਤਮਾ ਜਾ ਰਹੀ ਹੈ ਔਰ ਵਾਪਸ ਆ ਰਹੀ ਹੈ ਤੇ ਉਹ ਜਿਹੜਾ ਹੈ ਸਾਰੀ ਨੌਲੇਜ ਲੈ ਕੇ ਆਏ, ਜੋ ਵੀ ਲੈ ਕੇ ਆਏਗੀ ਮੈਨੂੰ ਯਾਦ ਰਹੇਗਾ ਜਦ ਮੈਂ ਜਾਗਾਂਗਾ। ਤਾਂ ਇਹੀ ਚੀਜ਼ ਦੁਆਰਾ ਹੈ, ਕਿਉਂਕਿ ਉਹ ਪਾਵਰਸ ਜੋ ਮੈਨੂੰ ਆਪਣੇ ਵਿੱਚ ਚਾਹੀਦੀਆਂ ਨੇ ਡਿਵੈਲਪ ਕਰਨੀਆਂ ਨੇ, ਉਹ ਸਭ ਚੀਜ਼ਾਂ ਕਰ ਸਕਾਂ। ਕਿਉਂਕਿ ਕਈ ਲੋਕੀ ਜੋ ਨਸ਼ੇ ਵਿੱਚ ਆ ਜਾਂਦੇ ਨੇ ਜਾਂ ਕੁਝ ਪ੍ਰੋਬਲਮ ਹੋ ਜਾਂਦੀਆਂ ਨੇ ਜਾਂ ਫਿਰ ਬਿਮਾਰ ਬਹੁਤ ਹੋ ਜਾਂਦੇ ਨੇ, ਉਹਨਾਂ ਨੂੰ ਹੀਲ ਕਰਨਾ ਹੈ ਤੇ ਆਪਣੇ ਆਪ ਨੂੰ ਸਮੋਹਿਤ ਕਰਕੇ ਉਹ ਆਰਾਮ ਨਾਲ ਇਹ ਚੀਜ਼ ਕਰ ਸਕਦੇ ਨੇ। ਮੈਡੀਕਲ ਫੀਲਡ ਵਾਸਤੇ ਤੇ ਇੱਕ ਤਰ੍ਹਾਂ ਦਾ ਬੂਨ ਹੈ ਨਾ। ਤੇ ਉਹੀ ਕਹਿ ਰਹੇ ਨੇ, ਉਹ ਦੱਸ ਰਹੇ ਨੇ, ਕਹਿੰਦੇ ਨੇ ਇਸ ਗੱਲ ਦੇ ਨਾਲ ਮੈਂ ਇਹ ਚੈਪਟਰ ਖਤਮ ਕਰਨਾ ਹਾਂ। ਤੇ ਹੁਣ ਕਿਉਂਕਿ ਇਹ ਚੈਪਟਰ ਅੱਗੇ ਹੋਰ ਨਹੀਂ ਮੈਂ ਬੋਲਾਂਗਾ ਕਿਉਂਕਿ ਇਹ ਚੀਜ਼ ਸਮਝਣੀ ਬੜੀ ਜ਼ਰੂਰੀ ਸੀ। ਆਟੋ ਸੈਲਫ ਹਿਪਨੋਟਿਜ਼ਸ ਤੋਂ सम्मोहन जरूर करना है, खुद ਨੂੰ सम्मोहन ਕਿਵੇਂ ਕਰਨਾ ਹੈ, ਇਹ ਪ੍ਰਕਿਰਿਆ ਅਗਰ ਤੁਸੀਂ ਸਮਝ ਚੁੱਕੇ ਹੋ ਤੇ ਹੁਣ ਮੈਂ ਚੈਪਟਰ ਨੂੰ ਖਤਮ ਕਰਨਾ। ਥੈਂਕ ਯੂ ਵੈਰੀ ਮਚ ਐਂਡ ਰੀਡ ਇਟ। ਉਹਨਾਂ ਨੇ ਇਹ ਕਿਹਾ ਕਿ ਬਾਅਦ ਵਿੱਚ ਤੁਸੀਂ ਬਾਰ-ਬਾਰ ਇਹਨੂੰ ਪੜ੍ਹੋ, ਅਗਰ ਤੁਹਾਨੂੰ ਨਹੀਂ ਫਿਰ ਤੋਂ ਇਹ ਪ੍ਰਕਿਰਿਆ ਅਗਰ ਤੁਸੀਂ ਚਾਹੁੰਦੇ ਹੋ ਆਪਣੇ ਉੱਤੇ ਕਰਨਾ ਤਾਂ ਜ਼ਰੂਰ ਪੜ੍ਹੋ ਇਹਨੂੰ ਬਾਰ। ਥੈਂਕ ਯੂ ਮੈਮ, ਓਵਰ ਟੂ ਯੂ। ਥੈਂਕ ਯੂ ਜੀ, ਥੈਂਕ ਯੂ ਨਵਨੀਤ, ਬਹੁਤ ਅੱਛਾ। ਆਈ ਥਿੰਕ ਸੈਲਫ ਹਿਪਨੋਸਿਸ ਆਪਾਂ ਜਿਹੜਾ ਡੀਪ ਮੈਡੀਟੇਸ਼ਨ ਦੇ ਵਿੱਚ ਜਾ ਕੇ ਜਿਹੜਾ ਸਾਰੇ ਜਣੇ ਕਹਿੰਦੇ ਨੇ ਇਟਸ ਕਾਈਂਡ ਆਫ ਸੇਮ ਥਿੰਗ, ਕਿ ਜਦੋਂ ਫਿਰ ਸਾਨੂੰ ਪਿਛਲੇ ਅਨੁਭਵ ਹੋਣ ਲੱਗ ਜਾਂਦੇ ਨੇ ਜਾਂ ਪਾਸਟ ਲਾਈਫ ਜਾਂ ਕੁਝ ਕਈ ਚੀਜ਼ਾਂ, ਬਿਲਕੁਲ ਹੈ ਨਾ, ਤਾਂ ਇਸ ਕਰਕੇ ਤਰੀਕੇ ਨਾਲ ਬਹੁਤ ਸਮਝਾਇਆ ਅੱਛਾ। ਹੁਣ ਪ੍ਰੈਕਟੀਕਲ ਬਾਕੀ ਇਹ ਹੈ ਕਿ ਪ੍ਰੈਕਟੀਕਲਸ ਕਰ ਕਰਕੇ ਦੇਖਣੇ ਚਾਹੀਦੇ ਨੇ, ਸਾਰੀਆਂ ਹਾਂ, ਚੀਜ਼ਾਂ ਹੈ ਇਹੀ ਪ੍ਰੈਕਟੀਕਲਸ ਕਰ ਕਰਕੇ ਦੇਖਣ ਵਾਲੀ। ਬਿਲਕੁਲ ਜਿਵੇਂ ਲੂਈਸੇ ਨੇ ਵੀ ਜਦੋਂ ਆਪਾਂ ਪੜ੍ਹੀ ਸੀਗੀ, ਐਕਚੁਅਲੀ ਤਾਂ ਪ੍ਰੈਕਟੀਕਲਸ ਵੀ ਸੀ ਜਿਹੜੀਆਂ ਮੈਡੀਟੇਸ਼ਨ ਸੀ। ਆਪਾਂ ਥਿਊਰੀ ਪੜ੍ਹ ਲੈਂਦੇ ਆ ਲੇਕਿਨ ਪ੍ਰੈਕਟੀਕਲਸ ਫਿਰ ਲਾਈਫ ਦੇ ਵਿੱਚ ਰਹਿ ਜਾਂਦੇ ਨੇ। ਤੇ ਚ ਵੀ ਕਾਫੀ ਪ੍ਰੈਕਟੀਕਲ ਹੈ, ਇਸ ਚ ਵੀ ਰਾਮਪਾ ਜੀ ਨੇ ਕਾਫੀ ਦੱਸੇ ਆ ਪ੍ਰੈਕਟੀਕਲ। ऑब्वियस और अगर क्योंकि प्रैक्टिकल नहीं करोगे तो फायदा की है वो पढ़ा। फायदा की है, फिर तो कुछ होया ही नहीं ना, क्योंकि पूरा एक कोर्स वांगू कोर्स डिजाइन किया गया। ਔਰ ਪ੍ਰੈਕਟੀਕਲ ਕਰਨ ਵਾਸਤੇ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਐਵੇਂ ਨਹੀਂ ਕਿ ਸਡਨਲੀ, ਮੈਂ ਇੱਕ ਦੋ ਮਾਸਟਰਸ ਦਾ ਸੁਣਦੀ ਹੁੰਦੀ ਸੀ ਲਾਸਟ ਈਅਰ ਕਿ ਅੱਜ ਮੈਂ ਸੋਚਿਆ ਕਿ ਅੱਜ ਮੈਂ ਆਪਣਾ ਐਸਟਰਲ ਟਰੈਵਲ ਕਰਕੇ ਦੇਖੂ। ਏਦਾਂ ਨਹੀਂ ਹੁੰਦਾ ਕਿ ਏਦਾਂ ਅਚਾਨਕ ਅਸੀਂ ਰੈਂਡਮਲੀ ਉਹ ਕਰ ਲਈਏ। ਕਿੰਨੀਆਂ ਪ੍ਰੈਪਰੇਸ਼ਨਸ ਦੱਸੀਆਂ ਉਹਨਾਂ ਨੇ ਉਸ ਤੋਂ ਪਹਿਲੇ ਵੀ, ਪਿਓਰਿਟੀ ਮਾਈਂਡ ਦੀ, ਫੀਅਰਲੈਸਨੈਸ, ਕਨਫਿਊਜ਼ਨ, ਔਰ ਇਹਨਾਂ ਚੀਜ਼ਾਂ ਨੂੰ ਚੈਲੰਜ ਕਰਕੇ ਜੇ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਆਬਵੀਅਸਲੀ ਆ ਜਿਵੇਂ ਸਬਕੌਂਸ਼ੀਅਸ ਤੇ ਕੌਨਸ਼ੀਅਸ ਮਾਈਂਡ ਹੈ। ਜਦੋਂ ਤੁਸੀਂ ਕੌਨਸ਼ੀਅਸ ਮਾਈਂਡ ਨਾਲ, ਇੱਕ ਲੌਜੀਕਲ ਮਾਈਂਡ ਨਾਲ ਇਹਨਾਂ ਚੀਜ਼ਾਂ ਨੂੰ ਟੈਸਟਿੰਗ ਕਰਨ ਬੈਠੋਗੇ, ਯੂ ਵਿਲ ਬੀ ਮਿਸਗਾਈਡਡ। ਪ੍ਰਦੀਪ ਵਿਜੇ ਸਰ ਇਸ ਮਾਮਲੇ 'ਚ ਬਹੁਤ ਉਹ ਕਰਦੇ ਆ, ਕਹਿੰਦੇ ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਚਾਹੀਦੀਆਂ ਕਿ ਤੁਹਾਡੀਆਂ ਹੈਲੂਸੀਨੇਸ਼ਨਸ ਨੇ ਜਾਂ ਰੀਅਲ ਮੈਸੇजेस ਨੇ ਜਾਂ ਰੀਅਲੀ ਤੁਸੀਂ ਕਰ ਸਕਦੇ ਆ। ਕਈ ਵਾਰੀ ਜਿਹੜਾ ਸਬਕੌਂਸ਼ੀਅਸ ਮਾਈਂਡ ਦੇ ਅੱਗੇ ਜਿਹੜਾ ਅਨਕੌਂਸ਼ੀਅਸ ਮਾਈਂਡ ਹੈ ਤੁਹਾਡਾ ਗੇਮ ਪਲੇ ਕਰ ਜਾਂਦਾ, ਕਿ ਲੌਜੀਕਲ ਮਾਈਂਡ ਡ੍ਰੌਪ ਕਰਨਾ ਪਏਗਾ। ਉਹ ਅਸੀਂ ਕਰਕੇ ਅੱਜ ਕੱਲ ਤਾਂ ਵੈਸੇ ਹੀ ਨਹੀਂ ਹੁੰਦਾ, ਲੌਜੀਕਲ ਸਭ ਤੋਂ ਜ਼ਿਆਦਾ ਚੱਲਦਾ। ਲੌਜੀਕਲ ਤਾਂ ਸਭ ਤੋਂ ਜ਼ਿਆਦਾ। ਹੁਣ ਮੈਂ ਸਮਝ ਰਹੀ ਹਾਂ ਕਿ ਕਈ ਵਾਰੀ ਮੈਂ ਆਪਣੇ ਆਪ ਨੂੰ ਸਮੋਹਿਤ ਹੀ ਕਰਦੀ ਸੀ ਕਿਉਂਕਿ ਮੈਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਟੈਪ ਕਰ ਲੈਂਦੀ ਸੀ। ਇਸ ਕਰਕੇ ਮੇਰੇ ਨਾਲ ਵਾਪ ਜਾਂਦੀ ਸੀ ਜੋ ਵੀ ਘਟਨਾ ਹੁੰਦੀ ਸੀ ਔਰ ਚੀਜ਼ਾਂ ਐਕੂਰੇਟ ਪੈ ਜਾਂਦੀਆਂ ਸੀ। ਕਿਉਂਕਿ ਕਈ ਸਵਾਲ ਦੇ ਜਵਾਬ ਜਿਹੜੇ ਹੈ ਉਹ ਮੈਂ ਖੁਦ ਫਾਈਂਡ ਕਰ ਲਿੱਤਾ ਕਿਉਂਕਿ ਮੈਂ ਬਾਰ-ਬਾਰ ਟੈਪ ਕਰਦੀ ਸੀ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਜਦ ਵੀ ਮੈਂ ਇਕੱਲੀ ਹੋਵਾਂਗੀ ਘਰੇ। ਔਰ ਮੈਨੂੰ ਇਕੱਲੇ ਰਹਿਣਾ ਬੜਾ ਅੱਛਾ ਲੱਗਦਾ ਕਿਉਂਕਿ ਉਹ ਟੈਪਿੰਗ ਮੈਂ ਉਸ ਵੇਲੇ ਆਪਣੇ ਤੋਂ ਸੈਲਫ ਟਾਕ ਕਰਕੇ ਮਤਲਬ
ਤੇਜ਼ ਨਹੀਂ, ਅੰਦਰੋਂ ਅੰਦਰੋਂ ਚਿੰਤਨ ਮਨਨ ਕਰਕੇ ਸਬਕੌਂਸ਼ੀਅਸ ਮਾਈਂਡ ਨੂੰ ਐਕਟੀਵੇਟ ਕਰਕੇ ਕਈ ਚੀਜ਼ਾਂ ਨੂੰ ਮੈਂ बिल्कुल ਦੇਖਿਆ ਔਰ ਪਾਇਆ, ਐਕਸਪੀਰੀਐਂसेस ਜੋ ਹੋਏ ਹੁਣ ਸਮਝ ਆ ਰਿਹਾ ਹੈ। ਬਿਲਕੁਲ ਬਿਲਕੁਲ ਕਈ ਚੀਜ਼ਾਂ ਬਚਪਨ ਤੋਂ ਲੈ ਕੇ ਬੜੀਆਂ ਚੀਜ਼ਾਂ ਰੀਕਾਲ ਹੁੰਦੀਆਂ ਕਿ ਕੀ ਇਦਾਂ ਹੁੰਦਾ ਸੀ। ਮੈਂ ਆਪਣੇ ਸਕੂਲ ਟਾਈਮ ਦੱਸਦੀ ਹਾਂ, 9th 10th ਚ 10th ਐਗਜ਼ਾਮ ਬੋਰਡ 'ਚ ਕਈ ਪੇਪਰਾਂ ਦਾ ਇਦਾਂ ਹੋਇਆ ਕਿ ਆਪਣੇ ਫਰੈਂਡ ਸਰਕਲ 'ਚ ਮੈਂ ਕਿਹਾ ਕਿ ਅਈ ਪੋਇਮ ਆਉਂਦੇ ਹੁੰਦੀ ਸੀ ਨਾ 20 ਨੰਬਰ ਦੇ, ਇਹ ਪੋਇਮ ਦੇ ਸਮਰੀ ਬਣਾਉਣੇ ਹੁੰਦੇ ਸੀ ਔਰ ਕਰਨਾ ਸੀ। ਬੜੀ ਹੁੰਦੇ ਸੀ ਕਿ 10-12 ਪੋਇਮਸ ਆ ਪੂਰੇ ਸਿਲੇਬਸ 'ਚ, ਇੱਕ ਪੋਇਮ ਪਤਾ ਚੱਲ ਜੇ ਤਾਂ ਮੈਂ ਕਿਹਾ ਇਹੀ ਆਏਗੀ, ਜੋ ਮਰਜ਼ੀ ਕਰ ਲਓ ਤੁਸੀਂ, ਆਈ ਵੰਡਰ ਲੋਨਲੀ ਐਜ਼ ਏ ਕਲਾਊਡ। ਸੱਚੀ ਉਹੀ ਆਈ। ਮਤਲਬ 3-4 ਵਾਰੀ 3-4 ਚਾਂਸ ਏਦਾਂ ਹੋਏ ਵੀ ਜਿਹੜਾ ਕੁਝ ਬੋਲਿਆ ਹਿਸਟਰੀ 'ਚ ਬੋਲਿਆ ਕਿ ਡੇਟ ਡੂਟ ਦੀ ਚਿੰਤਾ ਨਾ ਕਰੋ, ਡੇਟ ਡੇਟ ਯਾਦ ਕਰਨੇ ਆ, ਸਾਨੇ ਯਾਦ ਕਰਨੇ ਆ, ਆਣਾ ਹੀ ਨਹੀਂ ਕੋਈ ਕੁਐਸਚਨ। ਬਾਏ ਚਾਂਸ ਪੂਰੇ ਪੇਪਰ 'ਚ ਕੋਈ ਏਦਾਂ ਦਾ ਕੁਐਸਚਨ ਨਹੀਂ ਸੀ ਜਿਹਦੇ 'ਚ ਕੋਈ ਡੇਟ ਜਾਂ ਈਅਰ ਲਿਖਣਾ ਪਵੇ ਕਿਸੇ ਨੂੰ। ਮਤਲਬ ਕਈ ਚੀਜ਼ਾਂ ਇਹ ਲੱਗਦੀ ਵੀ ਉਦੋਂ ਕਿਸ ਤਰ੍ਹਾਂ ਹੋ ਜਾਂਦਾ ਸੀ। ਬਾਅਦ 'ਚ ਕਈ ਚੀਜ਼ਾਂ ਇਹੋ ਜਿਹੀ ਹੁੰਦੀ ਸੀ ਕਿ ਸੁਪਨੇ 'ਚ ਦੇਖਿਆ ਆ, ਸੱਚੀ ਮਤਲਬ ਦਿਖਿਆ ਕੁਝ ਮਿਲਦਾ ਜੁਲਦਾ ਜਾਂ ਸੇਮ ਨਹੀਂ ਐਕੂਰੇਟ ਦਿਖਦਾ ਸੀ ਕਿ ਮੇਰੇ ਨਾਲ ਕੁਝ ਗਲਤ ਹੋਇਆ ਆ, ਸੱਚੀ ਕਿਸੇ ਨਾਲ ਹੋ ਜਾਂਦਾ ਸੀ ਫੈਮਿਲੀ 'ਚ। ਤਾਂ ਮਤਲਬ ਉਹ ਤਾਂ ਚੀਜ਼ਾਂ ਤਾਂ ਹੁੰਦਾ ਮੈਂ ਹੀ ਹੈ ਬੜੀਆਂ ਕਹਿ ਕੇ ਆਬਵੀਅਸਲੀ। ਬੰਦ ਕਰਾਈਆਂ ਆਪਣੇ ਆਪ ਹੀ। ਸਾਰਾ ਦਿਨ ਪਾਠ ਕਰਨ ਬੈਠਣਾ, ਕੁਝ ਕਰਨਾ ਕਿ ਭਗਵਾਨ ਮੈਨੂੰ ਨਾ ਦਿਖਾਓ ਕਿ ਮੈਂ ਕੀ ਕਰਨਾ, ਦੇਖ ਕੇ ਮੈਂ ਕੁਝ ਕਰ ਤਾਂ ਸਕਦੀ ਹੀ ਨਹੀਂ। ਹੁਣ ਲੱਗਦਾ ਉਹ ਸਾਰੀ ਜਿਹੜੀ ਕੁਆਲਿਟੀ ਸੀ ਸਾਰੀਆਂ ਤਾਂ ਬੰਦ ਕਰਕੇ ਬਲੌਕ ਕਰਕੇ ਨਹੀਂ ਰੱਖਦੀਆਂ। ਨਹੀਂ, ਉਹ ਵੀ ਕਰ ਸਕਦੇ ਆ ਤੁਸੀਂ, ਆਪਣੇ ਸੁਪਨਿਆਂ ਨੂੰ ਵੀ ਚੇਂਜ ਕਰ ਸਕਦੇ ਹੋ ਉਸੇ ਵੇਲੇ, ਅਗਰ ਤੁਸੀਂ ਕੌਨਸ਼ੀਅਸ ਹੋ ਤੇ। ਹੂੰ, ਕੌਨਸ਼ੀਅਸ ਹੋ ਕਿ ਮੈਂ ਸੁਪਨਾ ਦੇਖ ਰਿਹਾ ਔਰ ਇਹ ਚੇਂਜ ਹੋ ਸਕਦਾ ਹੈ, ਤੇ ਉਹ ਵੀ ਚੇਂਜ ਹੋ ਸਕਦਾ ਹੈ। ਮੈਂ ਕੀਤਾ ਹੈ ਚੀਜ਼, ਅੱਛਾ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉਸ ਵੇਲੇ ਇਹ ਵੀ ਸੋਚ ਲਓ ਕਿ ਇਹ ਜੋ ਹੋ ਰਿਹਾ ਕਿ ਨਹੀਂ, ਇਹ ਨਹੀਂ ਹੈ, ਇਸ ਤਰ੍ਹਾਂ ਹੋਏਗਾ ਮੈਂ ਜਿਵੇਂ ਕਹਿ ਰਹੀ ਹਾਂ, ਤੇ ਉਹ ਸੁਪਨਾ ਵੀ ਬਦਲ ਜਾਏਗਾ। ਸੁਪਨਾ ਵੀ ਬਦਲ ਜਾਂਦਾ, ਸਹੀ ਗੱਲ ਹੈ। ਸੁਪਨੇ ਦੇ ਵਿੱਚ ਐਨਾਲਾਈਸਿਸ। ਔਰ ਮੇਰਾ ਤਾਂ ਇਹ ਹੈ ਕਿ ਮੈਂ ਤਾਂ ਦੂਸਰਿਆਂ ਨੂੰ ਵੀ ਦੱਸਦੀ ਹਾਂ। ਜਦੋਂ ਅਪ੍ਰੈਲ ਦੀ ਵਰਕਸ਼ਾਪ ਹੋਣੀ ਸੀ, ਮੈਂ ਪਰਨੀਤ ਜੀ ਨੂੰ ਕਿੰਨੀਆਂ ਚੀਜ਼ਾਂ ਪਹਿਲੇ ਦੱਸਦੀਆਂ ਸੀ ਜਿਹੜੀਆਂ ਇਹਨਾਂ ਨੂੰ ਵੀ ਲੱਗਦੀਆਂ ਸੀ ਕਿ ਨਹੀਂ ਇਹ ਤਾਂ ਪੋਸੀਬਲ ਨਹੀਂ ਹੋ ਸਕਦਾ ਕਿ ਏਦਾਂ ਏਦਾਂ ਕੋਈ ਹੋ ਜਾਵੇ, ਪਰ ਉਹੀ ਈਚ ਐਂਡ ਐਵਰੀਥਿੰਗ। ਕਾਰਨ ਕੀ ਹੈ ਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਆਦਤ ਪੈ ਜਾਂਦੀ ਹੈ ਔਰ ਜਦੋਂ ਅਸੀਂ ਅਨਕੌਂਸ਼ੀਅਸ ਸਬਕੌਂਸ਼ੀਅਸ ਮਾਈਂਡ ਦੇ ਨਾਲ ਅਸੀਂ ਇਹ ਵੀ ਕੋਸ਼ਿਸ਼ ਕਰਦੇ, ਇੱਕ ਇਹ ਵੀ ਹੁੰਦਾ ਹੈ ਮੇਰੀ ਆਹ ਕਲਾਸ ਲੱਗਣੀ ਹੈ ਹਨਾ, ਮੈਂ ਆਹ ਚੀਜ਼ ਕਰਨਾ ਹੈ, ਮਾਈਂਡ ਤੁਹਾਡਾ ਪਿਨ ਪੁਆਇੰਟਡ ਹੋਣਾ ਸ਼ੁਰੂ ਹੋ ਜਾਂਦਾ। ਪਿਨ ਪੁਆਇੰਟਿੰਗ ਜਦੋਂ ਮਾਈਂਡ ਹੋਣਾ ਸ਼ੁਰੂ ਹੋ ਜਾਂਦਾ ਨਾ, ਡਿਸਟਰੈਕਸ਼ਨ ਸਾਡੀਆਂ ਬਾਹਰਲੀਆਂ ਖਤਮ, ਖਤਮ। ਇੱਕ ਚੀਜ਼ ਤੇ ਫੋਕਸ ਹੋਣ ਲੱਗ ਜਾਂਦਾ ਹੈ, ਤਾਂ ਉਹ ਇੱਕ ਫੋਕਸ ਤੇ ਆਂਦੇ ਆਂਦੇ ਆਪਣੇ ਆਪ ਹੀ ਤੁਹਾਡਾ ਜਿਹੜਾ ਹੈਗਾ ਸਬਕੌਂਸ਼ੀਅਸ ਮਾਈਂਡ ਤੇ ਥਰਡ ਆਈ ਜਦੋਂ ਇਸ ਜਗ੍ਹਾ ਤੇ ਪ੍ਰੈਸ਼ਰ ਆਉਣ ਲੱਗ ਜਾਂਦਾ, ਤਾਂ ਫਿਰ ਆਪਣੇ ਆਪ ਹੀ ਸਬਕੌਂਸ਼ੀਅਸ ਤੇ ਕੌਂਸ਼ੀਅਸ ਦਾ ਜਿਹੜਾ ਤਾਲਮੇਲ ਹੈ, ਇੱਕ ਜਿਹੜਾ ਇਹਨਾਂ ਨੇ ਬੜਾ ਪਿਆਰਾ ਦੱਸਿਆ ਕਿ ਕੌਂਸ਼ੀਅਸ ਤੇ ਸਬਕੌਂਸ਼ੀਅਸ ਦੇ ਵਿੱਚ ਇੱਕ ਹਲਕੀ ਜਿਹੀ ਝਿੱਲੀ ਹੁੰਦੀ ਹੈ। ਇਹ ਜਦੋਂ ਅਸੀਂ ਸਵਾਧਿਆਈ ਕਰਦੇ ਹੁੰਦੇ ਸੀ 2020 ਦੇ ਵਿੱਚ, ਸਰ ਤਾਂ ਸਾਨੂੰ ਲਾ ਕੇ ਚਲੇ ਜਾਂਦੇ ਸੀ ਵੀ ਤੁਸੀਂ ਆਪੇ ਆਪ ਸਵਾਧਿਆਈ ਕਰੋ। ਉਸ ਵਕਤ ਇੱਕ ਕਲਕੱਤੇ ਤੋਂ ਡਾਕਟਰ ਆਉਂਦੇ ਹੁੰਦੇ ਸੀ, ਉਹਨੇ ਬੜਾ ਅੱਛੇ ਤਰੀਕੇ ਨਾਲ ਸਮਝਾਇਆ ਸੀ। ਮੇਰੇ ਕੋਲ ਉਹ ਲਿਖਿਆ ਵੀ ਹੈ, ਮੈਨੂੰ ਡਾਇਰੀ ਲੱਭ ਨਹੀਂ ਰਹੀ। ਅਸੀਂ ਯੂ ਫॉर ਐਵਰ ਦਾ ਸਵਾਧਿਆਈ ਕਰਦੇ ਹੁੰਦੇ ਸੀ, ਸਰ ਸਾਨੂੰ ਬਿਠਾ ਕੇ ਚਲੇ ਜਾਂਦੇ ਸੀ ਐਂਡ ਚ, ਰੰਜਨ ਸਰ ਐਂਡ ਚ ਆਉਂਦੇ ਹੁੰਦੇ ਸੀ ਜੇ ਕਿਸੇ ਦਾ ਕੋਈ ਡਾਊਟ ਹੁੰਦਾ ਸੀਗਾ। ਤਾਂ ਉਦੋਂ ਉਹਨੇ ਦੱਸਿਆ ਸੀ ਕਿ ਏਦਾਂ ਸਮਝੋ ਕਿ ਜਿਵੇਂ ਆਪਾਂ ਉਹ ਨਹੀਂ ਹੁੰਦਾ, ਉਹ ਇੱਕ ਖਾਸ ਕਮਿਊਨਿਟੀ ਕੋ ਪਰਦਾ ਲਗਾ ਕੇ ਵਿਆਹ ਕਰਦੇ ਹਨ ਬਿਲਕੁਲ ਬਿਲकुल ਦੁਲਹਨ ਦੇ ਵਿੱਚ, ਐਕਟਿਵ ਤੇ ਬੌਸੀ ਪਾਰਟ ਮੇਲ ਵਾਲਾ ਇੱਧਰ ਵਾਲੇ ਪਾਸੇ ਹੈ, ਪਰਦੇ ਦੇ ਦੂਜੇ ਪਾਸੇ ਆ ਜਿਹਨੇ ਅੱਗੇ ਜਾ ਕੇ ਸਾਰਾ ਭਾਰ ਸੰਭਾਲਣਾ, ਜਿਹਨੇ ਸਾਰੀਆਂ ਮੈਮਰੀਜ਼। ਤੇ ਉਹ ਬੰਗਾਲੀ ਜਦੋਂ ਵੀ ਕਰਦੇ ਨੇ, ਹਾਂ ਬੰਗਾਲੀ ਬੰਗਾਲੀ ਦੇ ਵੀ ਵਿੱਚ, ਕਰਦੇ ਹਾਂ ਨੇ, ਉਹ ਇੰਨਾ ਕੀ ਹੁੰਦਾ ਪੱਤੇ ਹੈ, ਰੱਖਦੇ ਨੇ। ਪਰ ਉਹ हाँ ਜਿਹੜੀ ਝਿੱਲੀ ਲਗਾਉਂਦੇ ਆ, ਪਰਦਾ ਲਗਾਉਂਦੇ ਆ, ਉਹਨਾਂ ਨੇ ਦੱਸਿਆ ਕਿ ਪੂਰਾ ਇੱਕ ਪਰਦਾ, ਕਿ ਉਹ ਮੈਸੇਜ ਹਾਂਜੀ ਨਹੀਂ ਪਰਦੇ ਦੇ ਕੋਲੋਂ ਦੀ ਕਿ ਦੱਸੋ ਜੀ ਤੁਹਾਨੂੰ ਮਨਜ਼ੂਰ ਹੈ ਜਾਂ ਮਨਜ਼ੂਰ ਹੈ, ਹਨਾ ਏਦਾਂ ਹੀ ਜੋ ਬੌਸੀ ਪਾਰਟ ਹੈ ਉਹ ਕੰਟੀਨਿਊਸਲੀ ਇਨਪੁਟ ਦਿੰਦਾ ਰਹਿੰਦਾ ਸਬਕੌਂਸ਼ੀਅਸ ਨੂੰ, ਤਾਂ ਸਬਕੌਂਸ਼ੀਅਸ ਦੇ ਵਿੱਚੋਂ ਸਟੋਰ ਹੋ ਜਾਂਦਾ ਹੈ। ਤਾਂ ਉੱਥੇ ਵੀ ਅਸੀਂ ਉਸ ਕਮਿਊਨਿਟੀ ਦੇ ਵਿੱਚ ਵੀ ਮੇਲ ਫੀਮੇਲ ਬਿਹੇਵ ਹੀ ਏਦਾਂ ਪੜਦੇ ਦੇ ਥਰੂ ਬੜਾ ਅੱਛੇ ਤਰੀਕੇ ਨਾਲ ਮੈਨੂੰ ਉਦੋਂ ਰਿਕਾਰਡਿੰਗ ਨਹੀਂ ਸੀ ਹੁੰਦੀਆਂ ਸਾਡੇ ਸੈਸ਼ਨਸ ਪੀਐਮਸੀ ਹਿੰਦੀ ਤੇ ਆਉਂਦੇ ਹੁੰਦੇ ਸੀਗੇ, ਜਿਹੜਾ ਸੋਲ ਪਲਾਨ ਕਰਦੇ ਹੁੰਦੇ ਸੀ, ਤੇ ਇਹ ਵਾਲਾ ਅਸੀਂ ਥੋੜਾ ਜਿਹਾ ਸਾਈਡ ਤੇ ਸ਼ਾਮ ਨੂੰ ਲੱਗ ਜਾਂਦਾ ਸੀਗਾ ਸਾਡਾ ਏਦਾਂ ਹੀ ਮੈਮ, ਕਿ ਯੂ ਫॉर एवर ਵਾਸਤੇ ਵੀ ਮੈਂ ਆਪਣੇ ਮੈਂਟਲੀ ਪ੍ਰਿਪੇਅਰ ਕੀਤਾ ਹੈ, ਕਿਉਂਕਿ ਹਾਂ ਮੈਂ ਇੰਨਾ ਨਹੀਂ ਬੋਲੀ ਕਦੀ, ਮਤਲਬ ਇੰਨਾ ਡਿਟੇਲ ਵਿੱਚ ਕਰਨਾ ਉਹ ਤੁਸੀਂ ਦੇਖੋ ਵੀ ਜਿੱਦਾਂ ਤੁਸੀਂ ਗੱਲ ਸੀ। ਐਕਸਪੀਰੀਅੰਸ ਸ਼ੇਅਰ ਕੀਤਾ ਸੀ ਹਨਾ, ਮੈਨੂੰ ਆਈਡੀਆ ਤਾਂ ਸੀ ਕਿਉਂਕਿ ਇੰਨੇ ਸੈਸ਼ਨ ਮੈਂ ਕਿਹਾ ਕਿ ਗਰੁੱਪ ਦੇ ਵਿੱਚ ਪਾਇਆ ਕਿ ਕਿਸੇ ਨੇ ਕੀਤਾ ਸੀ, ਕਿਉਂਕਿ ਮੈਨੂੰ ਬਹੁਤ ਦੇਰ ਤੋਂ ਆ ਰਿਹਾ ਸੀ ਕਿ ਇਟਸ ਅ ਟਾਈਮ ਟੂ ਸਟਾਰਟ ਇਟ। ਮੈਂ ਬਹੁਤ ਦੇਰ ਤੋਂ ਉਦੋਂ ਵੀ ਬਸ ਆ ਕੌਨਸ਼ੀਅਸ ਸਬਕੌਨਸ਼ੀਅਸ ਵਾਲਾ ਕੀਤਾ ਸੀ, ਮੁੜ ਕੇ ਮੈਂ ਜਾਣਾ ਬੰਦ ਹੋ ਗਈ ਸੀ। ਕਿਉਂ ਜਾਣਾ ਬੰਦ ਹੋ ਗਈ ਸੀ?
ਕਿਉਂਕਿ ਮੈਂ ਇੰਨੀ ਡੀਪ ਮੈਡੀਟੇਸ਼ਨ 'ਚ ਚਲੀ ਜਾਂਦੀ ਸੀਗੀ, ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਕਿਹੜੇ ਵੇਲੇ ਸੈਸ਼ਨ ਖਤਮ ਹੋ ਗਿਆ, ਕਿਹੜੇ ਵੇਲੇ ਨਹੀਂ, ਕਦੋਂ ਕਿੰਨੇ ਘੰਟੇ ਲੰਘ ਗਏ। हाँ ਤਾਂ ਇਸ ਕਰਕੇ ਮੈਂ ਕਦੇ ਮੈਡੀਟੇਸ਼ਨ ਕਰਵਾਉਂਦੀ ਵੀ ਨਹੀਂ ਸੀ, ਤੇ ਬਸ ਸੁਣਦੀ ਹੁੰਦੀ ਸੀ, ਫਿਰ ਛੁੱਟ ਗਿਆ ਸੀ ਮੇਰਾ। ਬਟ ਕੌਨਸ਼ੀਅਸ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਦੋਂ ਅਸੀਂ ਸਮਝਿਆ ਸੀ ਨਾ ਕਿ ਇੱਕ ਝਿੱਲੀ ਜਾਂ ਇੱਕ ਪਰਦਾ ਟਰਾਂਸਪੇਰੈਂਟ ਲੇਅਰ ਹੁੰਦੀ ਹੈ, ਜਿਹੜਾ ਫਿਲਟਰ ਕਰਕੇ ਜਿਹੜੀਆਂ ਚੀਜ਼ਾਂ ਜਿਹੜੀਆਂ ਨੂੰ ਕੌਨਸ਼ੀਅਸ ਮਾਈਂਡ ਰਿਪੀਟਡਲੀ ਤਾਂ ਹੀ ਜਦੋਂ ਅਸੀਂ ਹੈਬਿਟਸ ਡਿਵੈਲਪ ਕਰਦੇ ਹਾਂ, ਜਦੋਂ बिल्कुल ਅਸੀਂ ਪੇਸ਼ੈਂਟਸ ਦੀਆਂ ਥੈਰੇਪੀ ਕਰਦੇ ਹਾਂ, ਸੀਬੀਟੀ ਕਰਦੇ ਹਾਂ, ਜਾਂ ਜਿਹੜੇ ਮੈਂਟਲੀ ਰਿਟਾਰਡਡ ਪੇਸ਼ੈਂਟਸ ਆਉਂਦੇ ਆ, ਉਹਨਾਂ ਦਾ ਜਿਹੜਾ ਰਿਜ਼ਲਟ ਮੈਂ ਲੈਂਦੀ ਆ, ਜਾਂ ਉਹ ਰਿਪੀਟਡ ਚੀਜ਼ਾਂ ਉਹਨਾਂ ਨੂੰ ਬਿਠਾ ਕੇ ਕਰਾਣੀਆਂ ਕੌਨਸ਼ੀਅਸਲੀ, ਔਰ ਫਿਰ ਉਹ ਸਬਕੌਨਸ਼ੀਅਸ ਚ ਸਟੋਰ ਹੋ ਜਾਂਦੀਆਂ, ਦੈਨ ਫਿਰ ਉਹ ਲੋੜ ਪੈਣ ਤੇ ਉਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਆ। ਪੇਸ਼ੈਂਟਸ ਲਈ ਤਾਂ ਅਸੀਂ ਬਹੁਤ ਯੂਜ਼ ਕਰਦੇ ਆ ਕਿ ਕਿਸ ਤਰ੍ਹਾਂ ਕੌਨਸ਼ੀਅਸ ਐਕਟ ਜਿਹੜੇ ਹੈਗੇ ਕਰਵਾ ਕੇ ਉਹਨਾਂ ਨੂੰ ਟ੍ਰੇਨ ਕਰਨਾ ਸਬਕੌਨਸ਼ੀਅਸ ਮਾਈਂਡ। ਉਸੇ ਔਰ ਕਰਕੇ ਅੱਬੀ ਵੀ ਯਸ ओल्ड बिलीव्स ਨੂੰ ਬ੍ਰੇਕ ਕਰਨਾ, ਇਹ ਵੀ ਮੈਂ ਹਾਂ ਕੀਤਾ ਹੈ, ਕਿਉਂਕਿ ਮੇਰੇ ਘਰ ਦੇ ਅੱਗੇ ਹੀ ਬਿੱਲੀਆਂ ਸੀ ਖਾਲੀਆਂ, ਕ੍ਰਾਸ ਕਰਕੇ ਆਂਦੀ ਜਾਂਦੀ ਹੈ, ਉਹਨਾਂ ਨੂੰ ਵੀ ਮੈਂ ਉਹਦੇ ਉੱਤੇ ਕੰਮ ਕੀਤਾ ਹੈ। ਸਬਕੌਂਸ਼ੀਅਸ ਬੋਲਿਆ ਉਹ ਇਹ ਵੀ ਤੇ ਕ੍ਰੀਏਚਰ ਹੈ, ਮਤਲਬ ਹਾਂ ਗॉड ਦੀ ਬਣਾਈ ਹੋਈ, ਤੇ ਇਟਸ ਅ ਸੋਲ, ਐਂਡ ਉਹ ਮੇਰੇ ਕੋਲ ਆਈ ਹੈ, ਮੇਰੇ ਘਰ ਪਹਿਰਾ ਦੇ ਰਹੀ ਹੈ। ਔਰ ਇਹ ਬੋਲ ਕੇ ਆਪਣਾ ਜੋ ਦਿਮਾਗ ਵਿੱਚ ਜੋ ਫਤੂਰ ਦਾ ਭਰਿਆ ਹੁੰਦਾ ਹੈ, ਉਹਨੂੰ ਕੱਢਿਆ। ਹਾਂ ਤੇ ਇਹ ਸਹੀ ਸਬਕੌਂਸ਼ੀਅਸ ਗੱਲ ਹੈ। ਮਾਈਂਡ ਵਿੱਚ ਸ਼ਾਪਿੰਗ ਹੈ, ਇਹ ਗੱਲ ਬੱਚਿਆਂ ਕਰਕੇ ਨਾ ਲਈ ਆਪਣੇ ਆਪ ਬਹੁਤ ਨੂੰ ਕੰਮ ਆਉਂਦਾ ਹੈ। ਸੰਮੋਹਿਤ ਕਰ ਲੈਂਦਾ ਹੈ ਬੰਦਾ। ਬੱਚਿਆਂ ਲਈ ਬਹੁਤ ਕੰਮ ਆਉਂਦਾ, ਜਿਹੜੇ ਪੜ੍ਹਨ ਵਾਲੇ ਆ ਨਾ ਉਹਨਾਂ ਲਈ ਬਹੁਤ ਕੰਮ ਆਉਂਦਾ, ਜੇ ਸਹੀ ਤੇ ਉਹੀ ਹੈ ਨਾ, ਜਿਹੜੀਆਂ ਚੀਜ਼ਾਂ ਸਿਲੇਬਸਾਂ 'ਚ ਪੜ੍ਹਾਉਣੀਆਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ, ਕਿ ਬੱਚੇ ਦਾ ਮਾਈਂਡ ਕੁਆਲਿਟੀ, ਉਹਨਾਂ ਦੀ ਬ੍ਰੇਨ ਇੰਟੈਲੈਕਟ ਸਹੀ ਦਿਸ਼ਾ 'ਚ ਜਾਵੇ, ਉਹਨਾਂ ਨੂੰ ਅਸੀਂ ਸ਼ੁਰੂ ਤੋਂ ਹੀ ਲੜਾਈਆਂ ਝਗੜੇ, ਕਿਹਨੇ ਕਿਹਨੂੰ ਮਾਰਿਆ, ਕਿਹਨੇ ਕੱਟਿਆ, ਉਹ ਤਾਂ ਪੜ੍ਹਾਉਣ ਲੱਗ ਜਾਂਦੇ। ਅਦਰਵਾਈਜ਼ ਕੀ ਲੈਣਾ ਅਸੀਂ ਉਹਨਾਂ ਚੀਜ਼ਾਂ हाँ ਤੋਂ, ਕੀ ਲੈਣਾ और ਉਹਨਾਂ सब ਚੀਜ਼ਾਂ ਤੋਂ? तो ज्यादा टैपिंग करती है ए मूवीज, ਜਿਹੜੀ ਹਾਂ ਬਾਲੀਵੁੱਡ ਮੂਵੀਜ਼ ਹੈ, ਉਹ ਯਸ ਹਾਮ यार। और ਉਹਦੇ ਵਿੱਚ सिर्फ लव स्टोरीज और ऐसा माँ बाप जाए भाड़ में गाने भी बने हुए ने। ਗਾਣੇ उस ਵੀ दिन गाना आ रहा ਸੀ कोई एक मूवी ਦਾ, बहुत पुरानी मूवी, माधुरी और संजय दत्त वाला ਹਾਂ ਹਾਂ गाना, फिर दोबारा फिर तो वरुण धवन और ਉਹਦੇ ਉੱਤੇ मतलब किसी ਹਾਂ और एक्टर ਦੇ ਉੱਤੇ ਹੋਇਆ ਸੀ। ਤੇ ਉਹਦੇ ਵਿੱਚ ਇਹ ਦੱਸ ਰਿਹਾ ਹੈ, ਮੈਂ ਕਿਹਾ ਬੱਚੇ ਸੁਣਨਗੇ ਤੇ ਉਹਨਾਂ ਦੇ ਮਨ ਸੁਣਨਗੇ ਤਾਂ ਵਿੱਚ ਕੀ ਕੀ ਪਤਾ। ਪ੍ਰਭਾਵ ਪੜਦਾ ਹੈ। ਕਿੰਨੇ ਉਹ ਟੈਪ ਸੀਰੀਅਲ, ਕਿੰਨੀਆਂ ਮੂਵੀਜ਼ ਦੇ ਅਜੀਬ ਅਜੀਬ ਗਾਣੇ ਸੀ, ਜਿਹੜੇ ਜਦੋਂ ਆਸ਼ਕੀ ਵਗੈਰਾ ਆਈਆਂ ਸੀ, ਬੱਚੇ ਭੱਜਣਾ ਇੱਕ ਦੂਜੇ ਨਾਲ, ਲਵ ਅਫੇਅਰਸ, ਉਹ ਆਪਣੀ ਉਂਗਲੀ ਕੱਟ ਲੈਣੀ, ਕਲਾਈ ਕੱਟਣੀ, ਸੀਰੀਅਲਾਂ ਨੇ ਤੇ ਫਿਲਮਾਂ ਨੇ ਤਾਂ ਸਿਖਾਇਆ। बिल्कुल। और ये ਕਿੱਥੇ तो ਪਹਿਲੇ ਉਹੀ ਪਤਾ ਹੈ, ਸੀ? ਇਹ ਚੀਜ਼ ਹੈ, ਕਿਤਾਬਾਂ ਜਿਹੜੀਆਂ ਹੁੰਦੀਆਂ ਨੇ, ਥੈਂਕਸ ਟੂ ਪਿਤਾਮਾ ਪਤਰੀ ਜੀ, ਜਿਨ੍ਹਾਂ ਨੇ ਯੈਸ ਇਹ ਚੀਜ਼ ਸਾਨੂੰ ਦਿੱਤੀ ਐਜ਼ ਅ ਗਿਫਟ। ਇਹ ਗਿਫਟ ਹੀ ਹੈ, ਹਾਂ ਇਹ ਗਿਫਟ ਵਾਕਈ ਹੈ। ਹੈ, ਆਭੂਸ਼ਣ ਹੈ ਸਾਡੇ ਹੱਥਾਂ ਵਿੱਚ, ਹਮ ਹੱਥਾਂ ਵਿੱਚ ਆਭੂਸ਼ਣ ਬਾਕੀ ਦੇ ਦਿੱਤੇ ਇਹ ਨੇ। ਹੈ, ਆਪਾਂ ਨੂੰ ਨਵਨੀਤ ਕੀ ਲੱਗਦਾ ਨਾ, ਕਿਉਂਕਿ ਆਪਣੇ ਨਾਰਥ ਦੇ ਵਿੱਚ ਟ੍ਰੈਡੀਸ਼ਨ ਨਹੀਂ। ਆਈ ਵਾਜ਼ ਪਿੱਛੇ ਜੇ ਮੈਨੂੰ ਇੱਕ ਕਿਸੇ ਪ੍ਰੋਫੈਸਰ ਕੋਈ ਹੈਗੇ ਸੀ ਪੰਜਾਬੀ ਯੂਨੀਵਰਸਿਟੀ ਦੇ, ਕਿ ਉਹ ਗਏ ਤੇ ਉਹਨਾਂ ਦਾ ਬਲੌਗ ਦੇਖਣ ਨੂੰ ਮਿਲਿਆ, ਉਹ ਕਹਿੰਦੇ ਸਾਊਥ 'ਚ ਤੁਸੀਂ ਕਿਤੇ ਵੀ ਚਲੇ ਜਾਓ, ਖਾਸ ਕਰਕੇ ਕੇਰਲਾ ਵਾਲੀ, ਜਿਹੜੇ ਅੱਛੇ ਪਰਿਵਾਰ ਹੈ ਨਾ, ਉਹਨਾਂ 'ਚ ਲਾਇਬ੍ਰੇਰੀ ਹੋਏਗੀ, ਉਹਨਾਂ ਦੇ ਵਿੱਚ ਇੱਕ ਲਾਇਬ੍ਰੇਰੀ ਹੁੰਦੀ ਹੈ ਘਰਾਂ ਦੇ ਵਿੱਚ ਵੀ। ਆਪਣੇ ਤਾਂ ਇੱਥੇ ਪਤਲਾ ਹੀ ਜਿਉਂ ਨਹੀਂ, ਆਪਣੇ ਤਾਂ ਮਾਵਾਂ ਪਹਿਲੇ ਕਰਦੀਆਂ ਪਿਛਲੇ ਸਿਲੇਬਸ ਦੀਆਂ, ਆ ਵੀ ਤੇਰੇ ਕੰਮ ਨਹੀਂ ਚੱਲ, ਰੱਦੀ 'ਚ ਵੇਚਦੀ ਹੈ। ਨਾਰਥ ਦੇ ਵਿੱਚ ਕੀ ਹੈਗਾ, ਸਾਊਥ ਦੇ ਵਿੱਚ ਬੁੱਕਸ ਦਾ ਕੀਤਾ ਜਾਂਦਾ ਹੈ, ਕਿ ਘਰਾਂ ਦੇ ਵਿੱਚ ਇੱਕ ਰੀਡਿੰਗ ਰੂਮ, ਬੰਗਾਲੀ ਫੈਮਿਲੀਜ਼ ਸਾਡੇ ਹੁੰਦੀਆਂ ਸੀ, ਉਹਨਾਂ ਲੋਕਾਂ ਦੇ ਘਰਾਂ 'ਚ ਰੀਡਿੰਗ ਰੂਮ ਹੁੰਦੇ ਸੀ। ਹਾਂਜੀ ਸਾਡੇ ਲਈ ਮੇਰੇ ਫਾਦਰ, ਮਤਲਬ ਸਾਨੂੰ ਇੰਨੀ ਚਿੜ ਆਉਂਦੀ ਸੀ ਜਦੋਂ ਪਾਪਾ ਦੀ ਡੈਥ ਹੋਈ ਹੈ, 5000 ਬੁੱਕਸ ਸੀ ਉਹਨਾਂ ਦੀਆਂ, 5000 ਬੁੱਕਸ ਦੀ ਲਾਇਬ੍ਰੇਰੀ। ਕੋਈ ਉਹਨਾਂ ਨੇ ਟੌਪਿਕ ਨਹੀਂ ਸੀ ਛੱਡਿਆ ਹੋਇਆ, ਕਿਉਂਕਿ ਰਾਈਟਰ ਸੀਗੇ ਔਰ ਉਹ ਵੀ ਸੀਗੇ, ਤਾਂ ਇਸ ਕਰਕੇ 5000 ਬੁੱਕਸ, ਔਰ ਮੈਨੂੰ ਇੰਨੀ ਜ਼ਿਆਦਾ ਕਿਤਾਬਾਂ ਤੋਂ ਵੀ ਸੀ। ਬਾਅਦ ਦੇ ਵਿੱਚ ਸਾਨੂੰ ਜਿਵੇਂ ਜਿਹੜੀਆਂ ਹੋਮੋਪੈਥੀ ਨਾਲ, ਆਯੁਰਵੈਦਿਕ ਨਾਲ ਰਿਲੇਟਡ ਸੀ, ਲੱਭ ਲੱਭ ਕੇ ਡਾਕਟਰਸ ਨੂੰ ਅਸੀਂ ਦਿੱਤੀਆਂ। ਹੁਣ ਉਰਦੂ ਤੇ ਫਾਰਸੀ ਦੀਆਂ ਅਸੀਂ ਕਿਹਨੂੰ ਦੇਵਾਂਗੇ, ਉਹਨਾਂ ਨੂੰ ਅਸੀਂ ਰੱਦੀਆਂ 'ਚ ਵੇਚਿਆ, ਜਦ ਕਿ ਇੰਨੀ ਨੌਲੇਜ ਸੀ, ਇੰਨੀਆਂ ਪੁਰਾਣੀਆਂ ਬੁੱਕਸ ਸੀ, ਪਰ ਸਾਡੇ ਕਿਸੇ ਕੰਮ ਨਹੀਂ ਸੀ। ਲੇਕਿਨ ਪਾਪਾ ਦਾ ਰੀਡਿੰਗ ਰੂਮ ਇੱਕ ਰੀਡਿੰਗ ਕਾਰਨਰ ਸੀ, ਜਿਹਦਾ ਉਹ ਐਵਰੀ ਸੰਡੇ ਇੰਨੇ ਅੱਛੇ ਤਰੀਕੇ ਨਾਲ ਕੇਅਰ ਕਰਦੇ ਸੀ। ਸਾਰਾ ਬੁੱਕਸ ਤੇ ਕਵਰ ਸਾਲ ਬਾਅਦ ਚੜਾਣੇ, ਅਸੀਂ ਸਾਰੇ ਹੱਸਦੇ ਹੁੰਦੇ ਸੀ ਕਿ ਡਾਕਟਰ ਆਪਣੀਆਂ ਧੀਆਂ ਨਾਲੋਂ ਜ਼ਿਆਦਾ ਕਿਤਾਬਾਂ ਨੂੰ ਪਿਆਰ ਕਰਦਾ, ਬਟ ਉਹ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਇਹ ਚੀਜ਼ ਮਿਲੀ ਹੋਈ ਸੀ। ਜਦ बिल्कुल ਕਿ बिल्कुल ਨਾਰਥ ਇੰਡੀਅਨ ਫੈਮਿਲੀਜ਼ ਦੇ ਵਿੱਚ ਕਿਤਾਬਾਂ ਦਾ ਤਾਂ ਪਤਾ ਮਿੰਟ 'ਚ ਦੀ ਚੱਕ ਕੇ ਵੇਚਣ ਦੀ ਕਰਦੇ ਆ, ਕਿ ਕੱਢ ਦੋ until ਜਾਂ now ਕਿਸੇ you are ਦੂਸਰੇ ਨੂੰ ਦੇ ਦੋ, ਹਾਂ, ਜਾਂ ਤਾਂ ਕਿਸੇ ਨੂੰ ਦੇ ਦੋ, until, until now you are running from the books ਜਾਂ you are not able ਯਸ। to pick.
ਯੈਸ। ਔਰ ਤੁਸੀਂ ਇਹ ਦੇਖੋ ਕਿ ਸਾਊਥ ਦਾ ਜਦੋਂ ਉਹਨਾਂ ਨੇ ਬੰਦੇ ਨੇ ਪੂਰਾ ਵਲੌਗ ਸੀ, ਮੈਨੂੰ ਮਿਲਿਆ, ਕਹਿੰਦਾ ਮੈਂ ਜਿਸ ਵੀ ਘਰ ਦੇ ਵਿੱਚ ਗਿਆ, 3-4 ਸਟੇਟ ਵਿਜ਼ਿਟ ਕੀਤੀਆਂ, ਇੱਕ ਕਾਰਨਰ ਬੁੱਕਸ ਦਾ ਜ਼ਰੂਰ ਹੁੰਦਾ ਹੀ ਹੁੰਦਾ ਹੈ। ਔਰ ਲੇਡੀਜ਼ ਵੀ ਆਪਦੇ ਇੰਟਰਸਟ ਦੀਆਂ ਬੁੱਕਸ ਰੱਖਦੀਆਂ, ਚਾਹੇ ਕੁਕਿੰਗ ਦੀਆਂ ਰੱਖਣ, ਬਟ ਕਿਤਾਬਾਂ ਹੁੰਦੀਆਂ ਨੇ। ਬਿਲਕੁਲ ਮੈਂ ਇੱਥੇ ਇੱਕ ਚੀਜ਼ ਹੋਰ ਕਵਾਂਗੀ ਕਿ ਮੈਂ ਇੰਗਲਿਸ਼ ਬੋਲ ਲੈਂਦੀ ਹਾਂ ਕਿਉਂਕਿ ਮੈਂ ਆਪਣੇ ਆਪ ਨੂੰ ਸਬਕੌਂਸ਼ੀਅਸਲੀ ਟੈਪ ਕੀਤਾ ਹੈ, ਸਮੋਹਿਤ ਕੀਤਾ ਹੈ ਕਿ ਮੈਂ बोल सकनी, आई कैन स्पीक। तो ਸਪੀਕ। जरूरी नहीं है कि बहुत हाई फाई और बहुत अच्छे वर्ड्स लेके सिंपल इंग्लिश भी तुसी बोल सकते हो, ਯੈਸ। है ना जी। ਯੈਸ। बस ਤੁਹਾਨੂੰ ਟੈਪ ਕਰਨਾ ਹੈ ਆਪਣੇ ਸਬਕੌਂਸ਼ੀਅਸ ਮਾਈਂਡ, ਕਿਉਂਕਿ Yeah. ਕਦੀ ਨਾ ਕਦੀ ਸਾਡਾ ਜਨਮ ਵਿਦੇਸ਼ਾਂ ਵਿੱਚ ਵੀ ਹੋਇਆ ਹੋਏਗਾ, ਬ੍ਰਿਟਿਸ਼ ਵਿੱਚ ਵੀ ਹੋਇਆ ਹੋਏਗਾ, ਅਸੀਂ ਅੰਗਰੇਜ਼ੀ ਸਮਝ ਵੀ ਸਕਨੇ ਆ, ਬੋਲ ਵੀ ਸਕਨੇ ਆ, ਕੋਈ ਵੱਡੀ ਗੱਲ ਨਹੀਂ ਹੈ, ਹੈ ਨਾ ਹੋ ਜੀ। ਸਕਦਾ ਅੱਗੇ ਨੂੰ ਜਾਈਏ ਉਧਰ ਕੰਟਰੀਜ਼ ਦੇ ਵਿੱਚ। ਹਾਂਜੀ, ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਇਹ ਵੀ ਮੈਂ ਆਪਣੇ ਸਬਕੌਂਸ਼ੀਅਸ ਮਾਈਂਡ ਵਿੱਚ ਪਾਇਆ ਸੀ Yeah. ਕਿ ਭਾਈ ਆਈ ਕੈਨ ਡੂ ਇਟ। ਤੇ ਇੱਥੇ ਕਈ ਲੇਡੀਜ਼ ਨੇ ਹੈਜ਼ਿਟੇਟ ਕਰਦੇ ਨੇ, ਲੇਕਿਨ ਉਹ ਆਪਣੇ ਆਪ ਨੂੰ Even ਬਾਰ-ਬਾਰ ਕਾਉਂਸਲਿੰਗ ਕਰਨ, ਤੇ ਇਹ ਵੀ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਚਲਾ ਜਾਏਗਾ ਤੇ ਤੁਸੀਂ ਆਪੇ ਹੀ ਬੋਲਣ ਲੱਗੋਗੇ। ਨਹੀਂ ਤੇ ਬੱਚਿਆਂ ਨੂੰ ਕਹੋ, ਉਹ ਬੋਲਣਗੇ। ਮੈਂ ਪੰਜਾਬੀ ਨਹੀਂ ਬੋਲ ਪਾਉਂਦੀ ਸੀ, ਇੱਕ ਟਾਈਮ ਸੀ ਛੋਟੇ ਵਿੱਚ ਸਾਰੇ ਹਿੰਦੀ ਬੋਲਦੇ ਸੀ ਆਪਾਂ, ਲੇਕਿਨ ਮੈਂ ਆਪਣੀ ਫਰੈਂਡ ਨੂੰ ਕਿਹਾ ਮੈਨੂੰ ਸਿਖਾ ਪੰਜਾਬਣ। ਇੱਕ ਕੁੜੀ ਮਿਲੀ ਸੀ ਮੈਨੂੰ ਗ੍ਰੈਜੂਏਸ਼ਨ ਵਿੱਚ, ਤੇ ਮੈਨੂੰ ਟੁੱਟੀ ਫੁੱਟੀ ਚ ਜਿਵੇਂ ਬੋਲਦੀ ਸੀ ਉਹਨੇ ਮੈਨੂੰ ਸਿਖਾਈ ਦਿੱਤੀ। ਤੇ ਹੁਣ ਸਾਡੇ ਕੰਮ ਆਣੀ ਸੀ। ਐਂਡ ਥੈਂਕ ਯੂ ਟੂ ਹਰ। ਸਾਡਾ ਗ੍ਰੈਟੀਟਿਊਡ ਉਹਨੂੰ ਜਿਸ ਨੇ ਨਵਨੀਤ ਨੂੰ ਪੰਜਾਬੀ ਸਿਖਾਈ, ਰੀਅਲੀ। मतलब बोलनी नहीं आती सी, चलो मम्मा लोगों ने लिखने से सिखाई सी, लेकिन वो जब तक नहीं आएगी जब तक तुम बोलो नहीं, है ना। मातृभाषा ते आनी चाहिए, मदर टंग। ते ओही है, लखनऊ विच रह के आपां वो मिस कर रहे सी, लेकिन अंदरों सी की सिखनी है। अंदरों आवाज आ रही सी सिख सिख सिख, ते मैं उन्होंने कहा मैं चाहे जिवें भी बोला तू हंस लाई, लेकिन मैंने सिखा दे। ਸਿਖਾ। ਸਹੀ ਗੱਲ ਹੈ। ਉਹੀ ਆ This is ਜਾਂਦਾ the power of subconscious mind. बल्कि मैं Yes. ਜਾਂਦੀ ਸੀ ਪੰਜਾਬ, ਮੇਰੇ ਮਾਮੇ ਉੱਥੇ ਰਹਿੰਦੇ ਨੇ ਫਗਵਾੜੇ, ਤੇ ਉਹ ਕਹਿੰਦੇ ਉੱਥੇ ਜਾਓ ਤੇ ਉੱਥੇ ਦੇ ਲੋਕੀ ਕਹਿੰਦੇ ਨੇ ਤੁਸੀਂ ਹਿੰਦੀ ਬੋਲੋ। ਜਿੰਨੇ ਬੱਚੇ ਮਿਲਦੇ ਸੀ ਉਹ ਕਹਿੰਦੇ ਸੀ ਤੁਸੀਂ ਹਿੰਦੀ ਬੋਲੋ, ਬੜੇ ਪਿਆਰੇ ਲੱਗਦੇ ਹੋ ਹਿੰਦੀ ਬੋਲਦੇ, ਸਾਨੂੰ ਬੜਾ ਚੰਗਾ ਲੱਗਦਾ ਸੁਣਦੇ ਤੁਹਾਡੇ ਮੂੰਹ ਤੇ ਹਿੰਦੀ। ਮੈਂ ਕਿਹਾ ਲੈ ਦੱਸ। ਬਹੁਤ ਅੱਛਾ ਹੀ ਲੱਗਦਾ ਬਿਲकुल। ਅੱਜ ਹਰਿਆਣੇ ਚ ਵਾਲਿਆਂ ਨੂੰ ਲੱਗਦਾ ਕਿ ਪੰਜਾਬੀ ਬੋਲੋ, ਕਿੰਨੀ ਪਿਆਰੀ ਲੈਂਗੁਏਜ ਆ, ਤੁਸੀਂ ਪੰਜਾਬੀ ਬੋਲੋ। ਸੱਚੀ ਹਾਂ, ਥੈਂਕ ਯੂ ਹਰਿਆਣਵੀ ਸੋ ਮਚ ਥੋੜੀ ਸਾਰੇ ਫਾਸਟ ਹੈ। ਪਾਰਟਿਸਿਪੈਂਟਸ ਨੂੰ। ਥੈਂਕ ਯੂ ਜੀ। ਥੈਂਕ ਯੂ, ਅੱਜ ਥੈਂਕ ਯੂ, ਛੋਟਾ ਥੈਂਕ ਯੂ ਵੈਰੀ ਚੈਪਟਰ ਮਚ। ਸੀ ਤੇ ਇਸ ਵਾਸਤੇ ਜਲਦੀ ਮੁੱਕ ਗੱਲਾਂ ਗਿਆ। ਹੋ ਗਈਆਂ। ਚਲੋ, ਬਿਲਕੁਲ ਥੈਂਕ ਦੋ ਯੂ ਚੈਪਟਰ ਮਾਸਟਰਸ। ਹੈਗੇ ਆ ਨਾ, ਇੱਕ ਪਰਸੋਂ ਹੋ ਜਾਏਗਾ, ਫਰਾਈਡੇ ਨਹੀਂ, ਇੱਕ। ਪਰਸੋਂ ਵਾਲਾ ਮੈਂ ਅੱਛਾ ਚਲੋ ਦੇਖਦੇ ਹਾਂ, ਲੇਕਿਨ ਰਿਕਾर्डिंग बंद ਈਵਨਿੰਗ ਦਾ कर दो। ਟਾਈਮ। ਹਾਂ, ਯੈਸ ਮਾਸਟਰਸ, ਥੈਂਕ ਯੂ ਵੈਰੀ ਮਚ। ਔਰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਔਰ ਬਨੇ ਰਹੋ ਨਾਲ।